अस्सलाम वालेकुम रहमतुल्लाहि वबरकातुहू। ਮੇਰੇ ਨਾਜ਼ਰੀਨ ਨੂੰ ਅੱਜ ਅਸੀਂ ਸਾਡੀ ਬੈਠਕ ਵਿੱਚ ਫਿਰ ਇੱਕ ਵਾਰੀ ਜੀ ਆਇਆਂ ਨੂੰ ਆਖਦੇ ਹਾਂ। ਤੇ ਤੁਹਾਨੂੰ ਪਤਾ ਹੈ ਸਾਡੇ ਨਾਲ ਬਿਲਾਲ ਸਾਹਿਬ ਹੁੰਦੇ ਨੇ ਜਰਮਨੀ ਤੋਂ, ਤੇ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ। ਔਰ ਅੱਜ ਅਸੀਂ ਕੁਝ ਮੌਜੂ ਤਬਦੀਲ ਕਰਾਂਗੇ ਔਰ ਉਹਨਾਂ ਦਾ ਬੜਾ ਦਿਲਚਸਪ ਜ਼ਿੰਦਗੀ ਦਾ ਇੱਕ ਯਾਦਗਾਰ ਸਫ਼ਰ ਹੈ। ਮੈਂ ਚਾਹੁੰਦਾ ਸੀ ਕਿ ਬਲਾਲ ਸਾਹਿਬ ਕੋ ਉਹਨਾਂ ਦੀ ਜ਼ਿੰਦਗੀ ਤੋਂ ਯਾਦਗਾਰ ਸਫ਼ਰ ਵੀ ਸੁਣੀਏ ਕਿ ਉਹਨਾਂ ਦੇ ਨਾਲ ਕੀ ਬੀਤੀ, ਉਹ ਸਫ਼ਰ ਕਿਵੇਂ ਉਹਨਾਂ ਨੇ ਗੁਜ਼ਾਰਿਆ। ਇਹ ਹੁਣ ਉਹ ਹੀ ਦੱਸਣਗੇ ਕਿ ਕਿਸ ਤਰ੍ਹਾਂ ਸ਼ੁਰੂ ਹੋਇਆ ਤੇ ਕਿੱਥੇ ਪਹੁੰਚੇ। ਉਹਨਾਂ ਦਾ ਸਫ਼ਰ ਹੈ ਪਾਕਿਸਤਾਨ ਤੋਂ ਜਰਮਨੀ ਤੱਕ ਦਾ ਸਫ਼ਰ। अस्सलाम वालेकुम बिलाल साहब, की हाल चाल है? वालेकुम सलाम, की हाल चाल है? ठीक ठाक? हाँ जी अलहमदुलिल्लाह, शुक्र अल्लाह दा। ਤੇ ਨਾਜ਼ਰੀਨ ਨੂੰ ਤੇ ਮੈਂ ਦੱਸਤਾ ਹੈ, ਹੁਣ ਤੁਸੀਂ ਗੱਲ ਸ਼ੁਰੂ ਕਰੋ। ਕਿਵੇਂ ਫਿਰ ਤੁਸੀਂ ਇਹ ਯਾਦਗਾਰ ਜਿਹੜਾ ਹੈ ਇਹ ਪਾਕਿਸਤਾਨ ਯਾਦ ਨੂੰ ਜਦੋਂ ਅਸੀਂ ਨਿਕਲੇ ਹਾਂ, ਸਾਡੇ ਕਿਉਂਕਿ ਅਸੀਂ ਰਹਿੰਦੇ ਹਾਂ ਨਰਵਲ ਤੋਂ ਅਸੀਂ ਫਿਰ ਕਰਾਚੀ ਦੀ ਟਿਕਟ ਕਰਾਈ ਹੈ ਤੇ ਕਰਾਚੀ ਪਹੁੰਚੇ ਹਾਂ। ਠੀਕ ਹੈ। ਤੇ ਪਹੁੰਚੇ ਤੋਂ ਬਾਅਦ ਉੱਥੋਂ ਸਮਝ ਸਾਡੇ ਕਰਾਚੀ ਤੋਂ ਬਾਅਦ ਨਾ ਸਾਡੀ ਡੈਂਕੀ ਸ਼ੁਰੂ ਹੋ ਗਈ ਆ। ਉਸ ਤੋਂ ਬਾਅਦ ਜਿੱਥੇ ਵੀ ਅਸੀਂ ਗਏ ਸਾਨੂੰ ਛੁਪਾ ਕੇ ਖੜਿਆ ਉਹਨਾਂ ਨੇ। ਅੱਛਾ, ਸਾਨੂੰ ਇੱਕ ਵਾਹ ਇਹਦੇ ਚ ਜਿਸ ਤਰ੍ਹਾਂ ਜਿਹੜਾ ਇਹ ਸਫ਼ਰ ਜਿਹੜਾ ਹੈ ਇਹਦੇ ਚ ਉੱਥੋਂ ਤਿਆਰੀ ਕਿਵੇਂ ਕਰਦੇ ਨੇ ਲੋਕ? ਮਤਲਬ ਇਹ ਤੁਸੀਂ ਸੋਚਿਆ ਜਿਹੜਾ ਇਹ ਪੈਦਲ ਸਫ਼ਰ ਸੀ ਨਾ ਤੁਹਾਡਾ? ਹਾਂਜੀ ਪੈਦਲ ਸੀ। ਫਲਾਈਟ ਦੇ ਜ਼ਰੀਏ ਨਹੀਂ ਆਣਾ ਵਿੱਚੋਂ ਦੀ ਮੁਲਕਾਂ ਦੇ ਵਿੱਚੋਂ ਪੈਦਲ ਤੁਰਦੇ ਤੁਰਦੇ? ਹਾਂਜੀ। ਤੇ ਬਾਜ਼ ਲੋਕ ਜਿਹੜੇ ਨੇ ਉਹ ਈਰਾਨ ਦਾ ਵੀਜ਼ਾ ਲਵਾ ਕੇ ਜਾਂਦੇ ਨੇ। ਅੱਛਾ। ਮੈਂ ਤੇ ਕੋਈ ਵੀਜ਼ਾ ਵਗੈਰਾ ਨਹੀਂ ਲਵਾਇਆ, ਵੈਸੇ ਜਿੱਦਾਂ ਵੀ ਦੂਸਰੀ ਤਰ੍ਹਾਂ ਹੀ ਆ। ਨਹੀਂ ਤੇ ਤੁਹਾਨੂੰ ਖਿਆਲ ਕਿਵੇਂ ਆਇਆ ਕਿ ਇਦਾਂ ਦਾ ਕੰਮ, ਐਡਾ ਖਤਰਨਾਕ ਕੰਮ ਕਰਨਾ? ਕਿਉਂਕਿ ਸਾਡੇ ਪਿੰਡ ਤੋਂ ਨਾ ਕਾਫੀ ਮੁੰਡੇ ਨਿਕਲੇ ਹਨ। ਅੱਛਾ, ਪਹੁੰਚ ਗਏ ਸੀ ਸਾਰੇ? ਨਹੀਂ ਸਾਰੇ ਤੇ ਨਹੀਂ ਪਹੁੰਚੇ, ਬਹੁਤ ਜ਼ਿਆਦਾ ਖੜੇ ਵੀ ਗਏ। ਲੇਕਿਨ ਇਹ ਹੈ ਕਿ ਉਹਨਾਂ ਦੇ ਜਾਨ ਤੇ ਬਚ ਗਈ ਸਾਰਿਆਂ ਦੀ ਨਾ। ਹਾਂਜੀ ਜਾਨ, ਇਹ ਸ਼ੁਕਰ ਹੈ ਵੀ ਸਾਡੇ ਪਿੰਡ ਤੋਂ ਆਏ ਤੇ ਬਹੁਤ ਲੋਕ ਨੇ, ਪਰ ਜਾਨੀ ਨੁਕਸਾਨ ਸਾਡੇ ਪਿੰਡੋਂ ਕੋਈ ਨਹੀਂ ਹੋਇਆ। ਸਾਡੇ ਲਾਗੇ ਪਿੰਡਾਂ ਵਾਲਿਆਂ ਚ ਹੋਇਆ, ਕਈਆਂ ਪਿੰਡਾਂ ਚ। ਕਿਉਂਕਿ ਉਹ ਡਰ ਤੇ ਸਭ ਤੋਂ ਪਹਿਲੇ ਇਹੀ ਲੱਗਦਾ ਨਾ, ਇਹ ਰਸਤਾ ਜਿਹੜਾ ਇਹਦੇ ਚ ਬੜੀ ਮੁਸ਼ਕਿਲ ਹੈ। ਚਲੋ ਤੁਸੀਂ ਸ਼ੁਰੂ ਕੀਤਾ ਸੀ ਕਿ ਉੱਥੋਂ ਕਿਸ ਤਰ੍ਹਾਂ ਨਿਕਲੇ? ਉੱਥੋਂ ਸ਼ੁਰੂ ਤੋਂ ਉਹਨਾਂ ਨੇ ਤੁਹਾਨੂੰ ਲੁਕਾ ਕੇ ਨਿਕਲ ਤੋਂ ਪਹਿਲੇ ਦੱਸ ਦਿੰਦੇ ਸਭ ਕੁਝ ਵੀ ਤੁਹਾਡੇ ਨਾਲ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਜ਼ਿੰਮੇਵਾਰੀ ਤੁਹਾਡੀ ਆਪਣੀ ਹੈ, ਸਾਡੇ ਕੋਈ ਜ਼ਿੰਮੇਵਾਰ ਨਹੀਂ ਹੈਗੇ। ਹਾਂ ਨਹੀਂ, ਅਸੀਂ ਵੈਸੇ ਸਾਡਾ ਇਸ ਸਟੋਰੀ ਨੂੰ ਸੁਣਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਲੋਕਾਂ ਨੂੰ ਕਹੀਏ ਕਿ ਤੁਸੀਂ ਇਸ ਰਸਤੇ ਆਇਆ ਕਰੋ। ਇਹ ਹੈ ਬਹੁਤ ਖਤਰਨਾਕ ਹੈ। ਹਾਂਜੀ ਬਹੁਤ ਜ਼ਿਆਦਾ ਖਤਰਨਾਕ ਹੈ। ਮੈਂ ਤੇ ਕਹਿੰਦੇ ਨਹੀਂ ਪੈਸੇ ਦੇ ਕੇ ਮੌਤ ਮੰਗਣ ਵਾਲੀ ਗੱਲ ਆ। ਹਾਂ, ਤੇ ਸਾਡਾ ਮਕਸਦ ਇਹ ਹੈ ਕਿ ਲੋਕਾਂ ਨੂੰ ਅਸੀਂ ਸਮਝਾਈਏ ਕਿ ਵੀ ਇਹ ਰਸਤਾ ਨਾ ਇਖਤਿਆਰ ਕਰੋ। ਨਹੀਂ ਇਹ ਰਸਤਾ ਬਿਲਕੁਲ ਨਹੀਂ ਕਰਨਾ। ਇਹ ਰਸਤਾ ਤੁਹਾਨੂੰ ਕਿਉਂਕਿ ਲੋਕ ਨਾ ਬਹੁਤ ਖਾਬ ਖਾਂਦੇ ਨੇ ਵੀ ਇਹ ਵੀ ਹੋ ਜਾਏਗਾ, ਇਹ ਵੀ ਹੋ ਜਾਏਗਾ, ਪਰ ਜਿਹੜਾ ਜਾਂਦਾ ਨਾ ਉਹ ਤੋਬਾ ਕਰਦਾ। ਅੱਛਾ, ਉੱਥੋਂ ਤੁਸੀਂ ਨਿਕਲ ਆਏ, ਕਿਸ ਰਸਤੇ ਤੋਂ ਆਏ? ਅਸੀਂ ਉੱਥੇ ਪਹੁੰਚੇ ਕਰਾਚੀ, ਇੱਕ ਵੱਡਾ ਜਿਹਾ ਹਾਲ ਸੀ। ਜਦੋਂ ਅਸੀਂ ਹਾਲ ਚ ਗਏ ਤਾਂ ਉੱਥੇ ਤਕਰੀਬਨ ਪਾਕਿਸਤਾਨ ਦੇ ਹਰ ਕੋਨੇ ਦੇ ਵਿੱਚੋਂ ਨਾ ਲੋਕ ਆਏ ਦੇ ਹਨ। ਅੱਛਾ, ਨਹੀਂ ਜਹਾਜ਼ ਕਿਹੜਾ, ਉਹ ਬਹਿਰੀ ਜਹਾਜ਼? ਹਾਂਜੀ, ਕਿਹੜਾ ਜਹਾਜ਼ ਸੀ ਉੱਥੇ ਕਹਿ ਰਹੇ ਨਾ? ਜਹਾਜ਼ ਨਹੀਂ, ਇੱਕ ਵੱਡਾ ਜਿਹਾ ਹਾਲ ਸੀ। ਹਾਲ? ਅੱਛਾ, ਇੱਕ ਵੱਡਾ ਜਿਹਾ ਹਾਲ ਸੀ। ਅੱਛਾ ਹਾਲ ਸੀ, ਠੀਕ ਹੈ। ਉਹ ਜਿਹੜਾ ਜਹਾਜ਼ ਜੂਝ ਤਾਂ ਕੋਈ ਵੇਖਿਆ ਔਖਿਆ ਨਹੀਂ, ਬੋਟਾਂ ਬਾਟਾਂ ਤੇ ਸਫ਼ਰ ਕੀਤਾ ਸਾਰਾ। ਹਾਂ ਬੋਟ ਤੇ, ਠੀਕ ਹੈ। ਉਹ ਹਾਲ ਦੇ ਵਿੱਚ ਉਹਨਾਂ ਨੇ ਕਾਫੀ ਬੰਦੇ ਆਏ ਹਨ। ਫਿਰ ਸ਼ਾਮ ਨੂੰ ਕੱਢਣਾ ਸੀ ਉਹਨਾਂ ਨੇ ਨਾ, ਕਿਉਂਕਿ ਅਸੀਂ ਜਦੋਂ ਨਿਕਲਿਆ ਸਾਡੇ ਕੋਲ ਨਾ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਘੱਟ ਤੋਂ ਘੱਟ 30,000 ਰੁਪਇਆ ਨਾਲ ਲੈ ਕੇ ਨਿਕਲਣਾ। ਉਹ 15,000 ਰੁਪਇਆ ਉਹਨਾਂ ਨੇ ਉੱਥੋਂ ਲੈ ਲਿਆ ਸਾਡੇ ਕੋਲ ਨਾ, ਲੈ ਕੇ ਸਾਨੂੰ ਅੱਗੇ ਉਹਨਾਂ ਨੇ ਕੱਢਿਆ ਸ਼ਾਮ ਨੂੰ। ਉਹ ਸਫ਼ਰ ਹੈ ਸੀ ਸਾਡਾ ਕੋਈ 10 ਘੰਟੇ ਦਾ। ਗਵਾਦਰ ਤੋਂ ਪਹਿਲੇ ਨਾ, ਗਵਾਦਰ ਸ਼ਹਿਰ ਆਉਣ ਤੋਂ ਪਹਿਲੇ ਸਾਨੂੰ ਉਹਨਾਂ ਨੇ ਲਾਤਾ ਇੱਕ ਪੁਲ ਥੱਲੇ ਵਾਰਤਾ।
ਅੱਛਾ ਉਹ ਮੈਂ ਦੱਸ ਨਹੀਂ ਸਕਦਾ ਵੀ ਇੱਕਦਮ ਗੱਡੀ ਖੜੀ ਕੀਤੀ ਆ ਤੇ ਕਹਿੰਦੇ ਭੱਜੋ, ਭੱਜ ਗਏ ਫੌੜੀ ਪੁਲ ਥੱਲੇ ਵੜੇ ਆ। ਪੁਲ ਥੱਲੇ ਵੜਨ ਤੋਂ ਬਾਅਦ ਕੋਈ 10-15 ਮਿੰਟਾਂ ਬਾਅਦ 2 ਮੋਟਰਸਾਈਕਲ ਆਏ ਨੇ, 2 ਬੰਦੇ ਬਿਠਾਉਂਦੇ ਹਨ ਤੇ ਉਹ ਲੈ ਜਾਂਦੇ ਹਨ ਉਹਨਾਂ ਨੂੰ। ਅੱਛਾ ਸਮਝ ਲਓ ਵੀ ਪਾਕਿਸਤਾਨ ਦੇ ਵਿੱਚ ਸਾਨੂੰ ਨਾ ਛੁਪ ਕੇ ਜਾਣਾ ਪਿਆ ਸੀ ਬੜਾ, ਲੁੱਕ ਲੱਗ ਕੇ ਨਾ। ਅੱਛਾ ਅੱਛਾ ਤੇ ਹੈ ਵੀ ਉੱਥੇ ਬਾਕੀ ਪਿਆਸ ਵੀ ਬੜੀ ਲੱਗਦੀ ਕਿਉਂਕਿ ਰੇਗਿਸਤਾਨ ਦਾ ਇਲਾਕਾ ਸੀ ਤੇ ਹੈ ਵੀ ਗਰਮੀਆਂ ਸੀ। ਅਕਤੂਬਰ ਦਾ ਇਹੀ ਮਹੀਨਾ ਸੀ, ਅਕਤੂਬਰ ਦਾ ਨਾ, ਜਿਹੜਾ ਹੁਣ ਇਸ ਵੇਲੇ ਮਹੀਨਾ। ਹੂੰ ਤੇ ਕਿੰਨੇ ਸਾਲ ਪੁਰਾਣੀ ਗੱਲ ਹੈ? ਆਹ 5 ਸਾਲ ਪੁਰਾਣੀ। 5 ਸਾਲ ਹੋ ਗਏ। ਅੱਛਾ ਤੇ ਤੁਹਾਨੂੰ ਤੇ ਅਜੇ ਤੱਕ ਸਾਰਾ ਯਾਦ ਹੋਣਾ ਉਸੇ ਤਰ੍ਹਾਂ ਹੀ। ਨਹੀਂ ਯਾਦ ਕਾਫੀ ਗੱਲਾਂ ਭੁੱਲ ਗਈਆਂ ਨੇ। ਮੈਂ ਆਪ ਤੋਂ ਜਿਹੜੀ ਆਪਣੀ ਸਟੋਰੀ ਸੁਣਾਈ ਸੀ ਉਹ 'ਚ ਬਹੁਤ ਗੱਲਾਂ ਜਿਹੜੀਆਂ ਮੈਨੂੰ ਬਿਲਕੁਲ ਯਾਦ ਨਹੀਂ ਹੈਗੀਆਂ, ਬਾਅਦ 'ਚ ਯਾਦ ਆਉਂਦੀਆਂ ਕਿਉਂਕਿ ਲਾਈਵ ਬੰਦਾ ਸੁਣਾ ਨਹੀਂ ਸਕਦਾ ਉਹ ਬਿਲਕੁਲ ਸਟੋਰੀ। ਜਾਂ ਤਾਂ ਇੱਕ ਸਕੂਨ ਨਾਲ ਬਹਿ ਕੇ ਪਹਿਲੇ ਅੱਛੀ ਤਰ੍ਹਾਂ ਰਿਕਾਰਡ ਕੀਤੀ ਜਾਏ ਤੇ ਫਿਰ ਨਹੀਂ ਉਹ ਰਿਕਾਰਡ ਦੀ ਲੋੜ ਨਹੀਂ, ਤੁਸੀਂ ਇਸ ਤਰ੍ਹਾਂ ਹੀ ਦੱਸੋ ਹਾਂ। ਜਿਹੜੀ ਜਿਹੜੀ ਯਾਦ ਹੈ। ਤੇ ਅੱਛਾ ਉੱਥੋਂ ਫਿਰ ਮੋਟਰਸਾਈਕਲਾਂ ਤੇ ਉਹਨਾਂ ਨੇ ਕਿੱਥੇ ਪਹੁੰਚਾਇਆ ਤੁਹਾਨੂੰ? ਸਾਨੂੰ ਇੱਕ ਛੋਟਾ ਜਿਹਾ ਪਿੰਡ ਸੀ, ਪਿੰਡ ਦੇ ਬਾਹਰ ਵਾਲੀ ਸਾਈਡ ਤੇ ਨਾ, ਤੇ ਉੱਥੇ ਅੱਛਾ ਸਾਨੂੰ ਉਹਨਾਂ ਨੇ ਲਾ ਦਿੱਤਾ। ਉੱਥੇ 2 ਦਿਨ ਰੱਖਿਆ ਤੇ ਏਦਾਂ ਹੀ ਜਿਵੇਂ ਬਾਹਰ ਨੀ ਜਿਵੇਂ ਪੈਲੀਆਂ ਵਾਹੀਆਂ ਹੁੰਦੀਆਂ ਨੇ, ਹਾਂ ਤੇ ਉਹਦੇ ਵਿੱਚ ਹੀ ਰਾਤ ਨੂੰ ਸੌਣਾ ਤੇ ਉੱਥੇ ਹੀ ਜੋ ਵੀ ਕਰਨਾ ਉੱਥੇ ਹੀ ਰਹਿਣਾ। 2-3 ਦਿਨ ਉੱਥੇ ਰਿਹਾ ਸੀ। ਅੱਛਾ ਵਾਣ ਦੇ ਵਿੱਚ ਹੀ? ਹੋਇਆ ਸੀ ਦਿਨੇ ਗਰਮੀ ਬੜੀ ਹੁੰਦੀ ਤੇ ਰਾਤ ਨੂੰ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਕਿਉਂਕਿ ਰੇਤਲੀ ਰੇਗਿਸਤਾਨ ਦਾ ਇਲਾਕਾ ਸੀ ਤੇ ਉਹ ਰੇਤ ਰਾਤ ਨੂੰ ਠੰਡੀ ਹੋ ਜਾਂਦੀ ਸੀ ਤੇ ਉਹ ਫਿਰ ਠੰਡ ਬਹੁਤੀ ਲੱਗਦੀ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜੋ ਤੀਸਰੇ ਦਿਨ ਕੱਢਿਆ, ਕੱਢਣ ਤੋਂ ਬਾਅਦ ਸਾਨੂੰ ਇੱਕ ਸਪੀਡ ਬੋਟ ਸੀ, ਉਹਦੇ ਤੇ ਉਹਨਾਂ ਨੇ 15 ਮੁੰਡੇ ਬਿਠਾਏ ਨੇ ਸਪੀਡ ਬੋਟ ਤੇ। ਉਹ ਸਪੀਡ ਬੋਟ ਐਡੀ ਕਿ ਵੀ ਮਸਾਂ ਕੋਈ 8 ਬੰਦੇ ਬਹਿੰਦੇ ਹਨ, ਜਿਸ 'ਚ ਉਹਨਾਂ ਨੇ 15 ਬੰਦੇ ਬਿਠਾ ਦਿੱਤੇ। ਓਕੇ ਉਹ ਸਮੁੰਦਰ ਦਾ ਸਾਡਾ ਪਹਿਲੀ ਦਫਾ ਸਫ਼ਰ ਸੀ, ਕਦੇ ਇਹ ਤੇ ਸਮੁੰਦਰ ਪਹਿਲੇ ਮਾਰਨ ਵਾਲਾ ਦੇਖਿਆ ਹੀ ਪ੍ਰੋਗਰਾਮ ਨਹੀਂ। ਹੋਇਆ। ਸਮੁੰਦਰ ਚ ਹੈ ਕੀ ਚੀਜ਼ ਆ ਸਮੁੰਦਰ? ਹਾਂ ਉਹ ਜੋ ਛੱਲ ਵੇਖਦੇ ਹਾਂ ਤੇ ਜਦੋਂ ਕਸ਼ਤੀ ਜੋ ਕਈ ਵਾਰੀ ਨਾ ਵਿੱਚ ਜਾ ਕੇ ਉਹ ਬੰਦ ਕਰ ਦਿੰਦਾ ਹੈ ਸ਼ਿਪ ਜਿਹੜੀ ਹੈ ਸਪੀਡ ਬੋਟ, ਤੇ ਉਹ ਅੱਛਾ ਸਮੁੰਦਰ ਲੱਗਦਾ ਹੈ ਜਿਵੇਂ ਕੀ ਆ ਸਾਡੇ ਤੋਂ ਉੱਤੇ ਆ ਤੇ ਅਸੀਂ ਥੱਲੇ ਆ। ਹਾਂ ਉਹ ਬਹੁਤ ਖੌਫ ਆਉਂਦੇ ਤੇ ਉਹ ਹੈ ਵੀ ਰਾਤ ਸੀ ਤੇ ਉਹ ਚੰਦ ਦੀ ਰੋਸ਼ਨੀ ਪੈਂਦੀ ਤੇ ਚਮਕਦਾ ਬੜਾ ਹੀ ਪਾਣੀ ਨਾ, ਤੇ ਬਹੁਤ ਡਰ ਲੱਗ ਖੌਫ ਆਉਂਦਾ ਹੈ। ਉਹ ਜਦੋਂ ਛਾਲ ਪੈਂਦੀ ਸੀ ਤੇ ਉੱਪਰ ਜੋ ਵੱਜਦਾ ਸੀ ਥੱਲੇ ਤੇ ਬਹੁਤ ਭਾਰੇ ਸੀ, ਉੱਤੋਂ ਜੋ ਥੱਲੇ ਡਿੱਗਦਾ ਸੀ, ਸੱਟਾਂ ਲੱਗਦੀਆਂ ਸੀ। ਤੇ ਉਸ ਤੋਂ ਬਾਅਦ ਨਾਲ ਉਹ ਸਾਡੇ ਮੁੰਡਿਆਂ ਨੂੰ ਮਾਰੇ ਵੀ, ਜਿਹੜਾ ਕਸ਼ਤੀ ਚਲਾਉਣ ਡਿਆ ਸੀ ਉਹ ਝੰਡਾ ਬੜੀਆਂ ਮਾਰਦਾ ਸੀ। ਉਹ ਕਹਿੰਦਾ ਸੀ ਬੈਟਰੀ ਕੱਢੋ, ਬੈਟਰੀ ਸਾਡੇ ਕੋਲ ਹੈ ਨਹੀਂ ਕਿਉਂਕਿ 3-4 ਦਿਨ ਹੋਏ ਹਨ ਸਾਡੇ ਕੋਲ, ਕਿੱਥੇ ਮੋਬਾਈਲ ਚਾਰਜਿੰਗ ਹੋਣੇ ਹਨ, ਮੋਬਾਈਲ ਬੰਦ ਹੋ ਗਿਆ। ਅੱਛਾ ਯਾਰ ਉਹਦਾ ਫਿਰ ਹਾਦਸਾ ਹੋ ਗਿਆ ਕਿਸੇ ਤਰੀਕੇ ਨਾਲ, ਤੇ ਉਹਨੇ ਸਾਨੂੰ ਈਰਾਨ ਲਾਇਆ ਜਾ ਕੇ। ਤੇ ਈਰਾਨ ਦੇ ਵਿੱਚ ਛੋਟੇ ਛੋਟੇ ਬੱਚੇ ਹਨ ਤੇ ਸਾਨੂੰ ਸਿੱਕਾ ਮਾਰਨ, ਕਹਿੰਦੇ ਇੱਧਰ ਨੂੰ ਨਹੀਂ, ਇੱਧਰ ਨੂੰ ਜਾਣਾ, ਇੱਧਰ ਨੂੰ ਜਾਣਾ। ਉਹ ਡਾਲੇ ਦਾ ਬਿਠਾਇਆ ਉਹਨਾਂ ਨੇ, ਤੇ ਬੜੇ ਇਕੱਠੇ ਮੁੱਠੇ ਹੋ ਕੇ ਡਾਲੇ 'ਚ ਬੈਠੇ ਅਸੀਂ ਨਾ, ਤੇ 30 ਬੰਦੇ, ਛੋਟਾ ਜਿਹਾ ਡਾਲਾ ਸੀ, 30 ਬੰਦੇ ਨਾਲ ਡਾਲੇ ਦੇ ਵਿੱਚ ਸੁੱਟਦੇ। ਜਦੋਂ ਭੇਡਾਂ ਸੁੱਟੀਆਂ ਹੁੰਦੀਆਂ ਸਾਨੂੰ ਬਿਠਾਇਆ ਦਾ ਵਿੱਚ। ਉਹ ਹਾਂ ਘੱਟੋ ਘੱਟੀ ਹੋਏ ਜਿਹਾ ਘੱਟਾ ਬਹੁਤ ਹੁੰਦਾ ਉੱਥੇ ਰੇਗਿਸਤਾਨ। ਉਹ ਵੀ ਬਲੋਚਿਸਤਾਨ 'ਚ ਉੱਧਰ ਜਿਹੜਾ ਉਹਨਾਂ ਦਾ ਵੀ ਬਲੋਚਿਸਤਾਨ ਸੂਬਾ ਨਾ ਈਰਾਨ ਅੱਛਾ ਦਾ, ਉਹਦੇ ਵਿੱਚ ਵੀ ਬਹੁਤ ਘੱਟਾ ਸੀ। ਅੱਛਾ ਇੱਥੋਂ ਜਿਹੜਾ ਤੁਹਾਡਾ ਕੱਚਾ ਉਹ ਜਿਹਾ ਬੋਟ ਘਰ ਦੇ ਸੀ, ਜ਼ਰੀਏ ਜਿਵੇਂ ਤੁਸੀਂ ਪਾਕਿਸਤਾਨ ਕੱਚੇ ਘਰ ਹੁੰਦੇ ਰਹੇ ਨੇ ਪਹਿਲੇ ਦੌਰ 'ਚ, ਉਹਨੇ ਕੱਚਾ ਸਮੁੰਦਰ ਦੇ ਜਿਹਾ ਘਰ ਜ਼ਰੀਏ ਸੀ। ਉੱਥੇ ਐਂਟਰ ਹੋਏ ਹੋ? ਸਮੁੰਦਰ ਦੇ ਜ਼ਰੀਏ ਹਾਂਜੀ ਐਂਟਰ ਹੋਏ ਹੋ ਈਰਾਨ ਵਿੱਚ? ਸਮੁੰਦਰ ਦੇ ਜ਼ਰੀਏ ਗਏ ਹੋ ਇਹਦਾ ਮਤਲਬ, ਹਾਂਜੀ, ਵਿੱਚੋਂ ਪੈਦਲ ਸਮੁੰਦਰ ਦੇ ਨਹੀਂ ਗਏ? ਜ਼ਰੀਏ ਸਪੀਡ ਬੋਟ ਦੇ ਉੱਤੇ। ਹਾਂ ਹਾਂ ਠੀਕ। ਉਹ ਸਪੀਡ ਬੋਟ ਦਾ ਵੀ ਸਫ਼ਰ ਲਾ ਲਓ ਵੀ ਈਰਾਨ ਨਾਲ ਹੀ ਈਰਾਨ ਸੀ, ਪਰ ਉਹਨੇ ਬਹੁਤ ਉੱਤੋਂ ਦੀ ਲੈ ਕੇ ਗਿਆ ਸਮੁੰਦਰ ਦੇ ਵਿੱਚੋਂ ਦੀ ਨਾ। ਕੋਈ ਐਸੀ ਜਗ੍ਹਾ ਹੋਣੀ ਨਾ ਜਿੱਥੋਂ ਜ਼ਿਆਦਾ ਚੈਕਿੰਗ ਨਹੀਂ ਹੈਗੀ? ਹਾਂਜੀ ਉਹੀ ਚੀਜ਼ ਹੈ। ਰਸਤਾ ਤੇ ਜਾਣਾ ਸੀ। ਹਾਂ ਯਾਰ ਉਹਨਾਂ ਨੇ ਕੋਈ ਨਾ ਕੋਈ ਲੱਭੇ ਹੁੰਦੇ ਨੇ ਏਦਾਂ ਦੇ ਖੂਫੀਆ ਰਸਤੇ ਜਿੰਨਾ ਤੇ ਉਹਦੀ ਲੈ ਕੇ ਚੱਲਦੇ। ਹੂੰ ਨਾਲੇ ਅੱਛਾ ਉਹ ਨਾ ਜਦੋਂ ਸਾਨੂੰ ਲੈ ਅਗਲੇ ਕੇ ਦਿਨ ਦਿੰਦੇ ਵਾਪਸੀ ਤੋਂ ਡਬਲ ਕੰਮ ਕਰਦੇ ਨੇ, ਨਾਲ ਸਮਗਲਿੰਗ ਵੀ ਕਰਦੇ ਨੇ ਤੇਲ ਦੀ। ਉਹ ਜਦੋਂ ਸਾਨੂੰ ਹਾਂ ਉਹਨਾਂ ਨੇ ਲਾਇਆ ਨਾ, ਲਾਉਣ ਤੋਂ ਬਾਅਦ ਉਹਨਾਂ ਨੇ ਉਹੀ ਸਪੀਡ ਬੋਟ ਦੇ ਉੱਤੇ ਤੇਲ ਵੀ ਰੱਖਿਆ। ਅੱਛਾ ਠੀਕ ਹੈ। ਦੋ ਇੱਕ ਟਾਈਮ ਤੇ ਦੋ ਕੰਮ ਕਰਦੇ ਨੇ। ਹੂੰ
ਠੀਕ ਹੈ, ਤੇ ਉੱਥੋਂ ਫਿਰ ਈਰਾਨ ਅੱਗੇ ਉੱਥੇ ਕਿੰਨੇ ਈਰਾਨ ਦਿਨ ਤੋਂ ਰਹੇ? ਅੱਗੇ ਫਿਰ ਉੱਥੇ ਜੋ ਸਾਨੂੰ ਲਾਇਆ, ਫਿਰ ਬਾਅਦ ਨੂੰ ਉੱਥੇ ਜਿੱਥੇ ਸਾਨੂੰ ਲਾਉਂਦੇ ਉਹਨੂੰ ਸੇਫ ਕਹਿੰਦੇ ਨੇ, ਜਿਹੜੀ ਅੱਛਾ, ਵੀ ਜਗ੍ਹਾ ਤੇ ਲਾਉਂਦੇ ਉਹਨੂੰ ਸੇਫ ਕਹਿੰਦੇ ਨੇ। ਉਸ ਤੋਂ ਠੀਕ। ਬਾਅਦ ਸਾਨੂੰ ਉਸ ਸੇਫ ਦੇ ਵਿੱਚ ਜਿਹੜੀ ਕੱਚੀ ਸੇਫ ਸੀ, ਉੱਥੇ ਸਾਨੂੰ ਉਹਨੇ ਖਾਣਾ ਛਾਣਾ ਲਿਆ ਕੇ ਦਿੱਤਾ। ਫਿਰ ਸਾਨੂੰ ਕਹਿੰਦੇ ਤੁਸੀਂ ਪੈਸੇ ਚੇਂਜ ਕਰਾਣੇ ਆ ਤੇ ਦੱਸੋ। ਉਹ ਜਦੋਂ ਅਸੀਂ 1000 ਰੁਪਇਆ ਦਿੱਤਾ ਤਾਂ ਸਾਨੂੰ 30,000 ਘੁੰਮਣ ਦੇ ਦਿੱਤਾ। ਵਾਹ ਅੱਡੀ ਮੋਟੀ ਥੱਪੀ। ਉਹ ਇਹ ਰਾਹ ਹੈ ਕਿ ਸਾਡੇ ਪੈਸੇ ਦੀ ਵੀ ਐਡੀ ਕਦਰ ਹੈਗੀ ਆ ਤੇ ਜਿਹੜਾ 30,000 ਬਣ ਗਿਆ। ਅੱਛਾ, 1000 ਤੇ 30,000 ਬਣ ਗਏ। ਵਾਹ 1,000 ਦਾ 30,000 ਦਿੱਤਾ ਉਹਨਾਂ ਨੇ ਸਾਨੂੰ ਨਾ। ਵਾਹ। ਉਹ ਅਸੀਂ ਜਦੋਂ ਕਿਹਾ ਵੀ ਸਾਨੂੰ ਨਾ ਕੋਈ ਪਾਣੀ ਸ਼ਾਨੀ ਦੀ ਬੋਤਲ ਚਾਹੀਦੀ ਆ, ਤੇ ਫਿਰ ਉਹ ਜ਼ਾਹਰ ਜਿੰਨੇ ਜਿੰਨੇ ਦੇ ਪੈਸੇ ਨੇ ਉਸ ਹਿਸਾਬ ਦੀ ਚੀਜ਼ ਵੀ ਲੱਭਦੀ ਆ। ਯਾਨੀ ਕਿ 100 ਰੁਪਏ ਦਾ ਜਿਹੜਾ ਬਣਦਾ ਸੀ 3,000 ਰੁਪਇਆ, ਤੇ ਉਹ 3,000 ਦੀ ਬੋਤਲ ਆਉਂਦੀ ਸੀ। ਅੱਛਾ, ਬੋਤਲ ਵੀ 3000? ਉਹ ਉਸ ਹਿਸਾਬ ਨਾਲ ਹੀ ਨਾ ਵੀ ਜਿਸ ਤਰ੍ਹਾਂ ਇਹ ਚੀਜ਼ ਮਹਿੰਗਾਈ ਸੀ। ਅੱਛਾ, ਉਹ ਨਹੀਂ ਮਹਿੰਗੀ ਸੀ ਚੀਜ਼। ਠੀਕ ਹਾਂਜੀ ਬਹੁਤ। ਉਹ ਤਾਂ ਪੈਸੇ ਦੀ ਮੈਂ ਕਿਹਾ ਵੀ ਇੱਥੇ ਤੇ ਇੱਥੋਂ ਤੱਕ ਵੀ ਇਹ ਸਾਡੇ ਜਿਹੜੇ ਪਾਕਿਸਤਾਨੀ ਕਈ ਬੰਦੇ ਆ ਨਾ, ਕਈ ਸਾਡੇ ਨਾਲ ਵੀ ਜਾਂਦੇ ਨੇ, ਉਹ ਦੱਸਦੇ ਨੇ ਵੀ ਅਸੀਂ ਈਰਾਨ ਜਾ ਕੇ ਨਾ ਕੰਮ ਕਰੀਦਾ, ਕਿਉਂਕਿ ਅੱਛਾ, ਉੱਥੇ ਤਨਖਾਹਾਂ ਜ਼ਿਆਦਾ ਨੇ, ਫਿਰ ਵੀ ਸਾਨੂੰ ਪਾਕਿਸਤਾਨ ਨਾਲੋਂ ਜ਼ਿਆਦਾ ਲੱਭ ਜਾਂਦੇ ਨੇ। ਅੱਛਾ, ਫਿਰ ਵੀ ਜ਼ਿਆਦਾ ਹੈ, ਹੂੰ। ਤਨਖਾਹ ਜ਼ਿਆਦਾ ਹੈ। ਉਹ ਲੱਖਾਂ ਦੇ ਹਿਸਾਬ ਨਾਲ ਹੋਣੀ ਤਨਖਾਹ ਫਿਰ। ਉਹ ਮੈਨੂੰ ਨੀ ਸਮਝ ਲੱਗੀ ਵੀ ਕਿੱਦਾਂ ਜ਼ਿਆਦਾ ਲੱਭ ਜਾਂਦੇ ਨੇ, ਕਿਉਂਕਿ ਜਿਵੇਂ ਦਾ ਉਹਨਾਂ ਦੀ ਕਰੰਸੀ ਨਹੀਂ, ਥੱਲੇ ਸੀ। ਉਹ ਇਸ ਤਰ੍ਹਾਂ ਨੇ ਕਿ ਪਾਕਿਸਤਾਨ ਦੇ 20,000 ਤਨਖਾਹ ਕਿਸੇ ਦੀ, ਤੇ ਉੱਥੇ ਉਹਨਾਂ ਨੂੰ 20 ਦੀ ਬਜਾਏ ਲੱਖ ਮਿਲਦਾ ਹੋਏਗਾ ਨਾ। ਹਾਂਜੀ 20,000 ਨਹੀਂ ਹੋਏਗਾ, ਉਹ ਫਿਰ ਉਸ ਹਿਸਾਬ ਨਾਲ ਜ਼ਿਆਦਾ ਬਣ ਜਾਂਦਾ। ਠੀਕ ਹੈ, ਤੇ ਉਹ ਇੱਕ ਬੋਤਲ ਪਾਣੀ ਦੀ 3,000 ਦੀ ਕਿ 300 ਦੀ? ਹਾਂਜੀ ਪਾਣੀ ਦੀ ਬੋਤਲ ਹਾਂਜੀ 3,000 ਦੀ। 3,000 ਦੀ ਕਿ 300 ਦੀ? 3,000 ਤੋਂ ਮੰਨਦੇ। ਅੱਛਾ, ਤੇ ਉਹ ਉਹਨਾਂ ਤੇ ਦਾ ਜਿਹੜਾ ਨੋਟ ਆ ਉਹ ਵੀ ਤੇ 50,000 ਦਾ ਨੋਟ ਆ ਉਹਨਾਂ ਦਾ। ਅੱਛਾ, ਹਾਂ ਹਾਂ, ਹਾਂਜੀ ਠੀਕ ਠੀਕ। ਬਹੁਤ ਹੀ ਉਹ ਮੁਲਕ ਜਿਹੜਾ ਮਾੜਾ ਨਹੀਂ ਹੈਗਾ, ਰੋਡ ਅੱਛੇ ਨੇ ਉੱਥੋਂ ਦੇ, ਤੇ ਹੈ ਤਰੱਕੀ ਯਾਫਤਾ ਮੁਲਕ ਹੈ। ਇਹਦਾ ਅੱਛਾ, ਕਰੰਸੀ ਦੀ ਬਹੁਤ ਥੱਲੇ ਹੈ। ਹਾਂ, ਰੋਡ ਵਗੈਰਾ ਉਹਨਾਂ ਦੀ ਲਾਈਟ ਕੀ ਆ, ਲਾਈਟ ਦਾ ਨਿਜ਼ਾਮ ਵੇਖਿਆ, ਬੱਤੀ ਵਗੈਰਾ ਨਹੀਂ ਜਾਂਦੀ, ਹਰ ਚੀਜ਼ ਓਕੇ ਆ। ਬਾਕੀ ਰੋਡ ਵੀ ਪਿੱਛੇ ਨਹੀਂ, ਇਹੀ ਚੀਜ਼ ਵੇਖ ਜਾਂਦੀ ਆ। ਰੋਡ ਸਕੂਲ ਤੇ ਵਗੈਰਾ ਜਿਹੜੀ ਆ ਉਹ ਉਹਨਾਂ ਤੋਂ ਬਿਹਤਰ ਹਨ ਹਰ ਚੀਜ਼ ਨਾ। ਫੈਕਟਰੀਆਂ ਵੀ ਕਿਸ ਤਰ੍ਹਾਂ? ਮੈਂ ਉਹਨਾਂ ਚ ਮੈਂ ਉਹ ਬਹੁਤ ਆਕਰਬਾਜ਼ੀ ਬਹੁਤ ਦੇਖੀ ਆ ਤੇ ਬੰਦੇ ਸਾਹਮਣੇ ਅੱਛਾ, ਸਮਝਦੇ। ਅੱਛਾ, ਆਕੜਬਾਜ਼ ਬਹੁਤ ਹੈ। ਹਮ। ਉੱਥੇ ਵੈਸੇ ਈਰਾਨ ਵਿੱਚ ਕਿੰਨੇ ਦਿਨ ਤੁਹਾਨੂੰ ਰਹਿਣਾ ਪਿਆ, ਜਾਂ ਅੱਗੇ ਨਿਕਲ ਗਏ ਸੀ? ਈਰਾਨ ਦੇ ਵਿੱਚ ਹਫ਼ਤਾ ਤਕਰੀਬਨ ਹੈਗਾ। ਹਫ਼ਤਾ ਰਹੇ ਹੋ? ਅੱਛਾ, ਤੇ ਹਫ਼ਤੇ ਚ ਉਹਨਾਂ ਨੇ ਰੱਖਿਆ ਕਿੱਥੇ ਤੁਹਾਨੂੰ? ਪੂਰਾ ਉਸ ਹਫ਼ਤਾ ਹਫ਼ਤੇ ਨਹੀਂ, ਦਾ? ਮੈਂ 4-5 ਦਿਨ, 5-6 ਦਿਨ ਰਿਹਾ ਹੁਣ। ਹਾਂ ਹਾਂ, ਪਰ ਜਿੰਨੇ ਵੀ ਲੋਕ ਮਿਲੇ ਆ ਨਾ, ਸਵਾਏ ਇੱਕ ਇੱਕ, ਬਾਕੀ ਸਾਰੇ ਇੱਕ ਲੈਵਲ ਦੇ ਮਿਲੇ ਨੇ। ਹਾਂ ਹਾਂ। ਉਹ ਵੈਸੇ ਮੇਰੇ ਖਿਆਲ ਇਸ ਜਿਹੜਾ, ਕਿਉਂਕਿ ਇਲੀਗਲ ਲੋਕ ਜਾ ਰਹੇ ਹੁੰਦੇ ਨੇ, ਸ਼ਾਇਦ ਉਹਨਾਂ ਦਾ ਰਵੱਈਆ ਇਲੀਗਲ ਲੋਕਾਂ ਵਾਸਤੇ ਇਸ ਤਰ੍ਹਾਂ ਹੋਏਗਾ, ਜਾਂ ਆਮ ਹੀ ਇਸ ਤਰ੍ਹਾਂ ਹੀ ਸਾਰੇ ਲੋਕ? ਇਹ ਵੀ ਕਹਿ ਸਕਦੇ ਹੋ, ਪਰ ਅਸੀਂ ਅਨਲੀਗਲ ਤਰੀਕੇ ਨਾਲ ਵੀ ਗਏ ਆ ਨਾ। ਹਾਂ, ਤੁਰਕੀ ਦੇ ਸਮਝ ਲਓ ਵੀ ਬਹੁਤ ਮਿੱਠੇ ਲੋਕ ਤੇ ਬਹੁਤ ਪਿਆਰੇ, ਜਿਨ੍ਹਾਂ ਨੂੰ ਕਹਿੰਦੇ ਨੇ ਬਹੁਤ ਮੁਹੱਬਤ ਕਰਨ ਵਾਲੇ ਲੋਕ ਨੇ ਉਹਨਾਂ ਦੀ ਨਿਸਬਤ। ਕਿੱਥੇ ਤੇ? ਤੁਰਕੀ ਦੇ। ਤੁਰਕੀ ਵਾਲੇ? ਅੱਛਾ ਅੱਛਾ ਅੱਛਾ, ਤੁਰਕੀ ਦੀ ਕੌਮ। ਉਸ ਤੋਂ ਈਰਾਨ ਤੋਂ ਨਿਕਲ ਕੇ ਅੱਗੇ ਨਾਲ ਤੁਰਕੀ ਦਾ ਬਾਰਡਰ ਲੱਗਦਾ ਹੈ? ਹਾਂਜੀ ਨਾਲ ਤੁਰਕੀ ਦਾ ਬਾਰਡਰ ਲੱਗਦਾ ਨਾ। ਅੱਛਾ, ਠੀਕ। ਤੇ ਈਰਾਨ ਦੇ ਜਿੰਨੇ ਦਿਨ ਰਹੇ ਉੱਥੇ, ਉਹ ਮਤਲਬ ਉਹ ਇੱਕ ਜਗ੍ਹਾ ਈਰਾਨ ਮੈਂ ਦੇ ਸੁਣ ਵਿੱਚ ਰਿਹਾ ਸੀ। ਜਦੋਂ ਅਸੀਂ ਉਹ ਪਹਿਲੀ ਸਟੇਪ ਦੇ ਵਿੱਚ ਜੋ ਨਿਕਲਿਆ ਸਾਡਾ ਹੋਇਆ, ਪਹਿਲੀ ਦਫਾ ਅਸੀਂ ਜਦੋਂ ਈਰਾਨ ਦਾ ਸਫ਼ਰ ਯਾਨੀ ਕਿ ਬੱਸ ਤੇ ਕੀਤਾ, ਵਾਹਵਾ ਅੱਛੀ ਬੱਸ ਅੱਛਾ, ਸੀ। ਤੇ ਬੱਸ ਦੇ ਵਿੱਚ ਵੀ ਲੈ ਗਏ? ਅੱਛਾ, ਸਫ਼ਰ ਵੀ ਲੱਗਦਾ ਸੀ, ਮਜ਼ੇ ਦਾ ਹੋਏਗਾ। ਤੇ ਜਦੋਂ ਹੋਇਆ ਨਾ ਕਿ ਘੰਟਾ ਗੁਜ਼ਰਿਆ, ਇੱਕ ਲੜਕਾ ਆਇਆ ਸਾਡੇ ਲਾਗੇ, ਉਹਨੇ ਸਾਡੇ ਬੈਗ ਫੜੇ ਨੇ, ਬੈਗ ਚੈੱਕ ਕਰਨ ਲੱਗ ਪਿਆ। ਚੈੱਕ ਕਰਨ ਤੋਂ ਬਾਅਦ ਨਾ ਉਹਨੇ ਵਿੱਚੋਂ ਜੇ ਕੋਈ ਜਿਹੜਾ ਪੈਸਾ ਕੋਈ ਵਿੱਚ ਪਿਆ ਸੀ ਬੈਗਾਂ ਚ, ਉਹ ਰੱਖਿਆ ਜੇਬ ਚ ਪਾਇਆ,
ਤੇ ਬੈਗ ਜਿਹੜੇ ਆ ਉਹ ਗੱਡੀ ਚੋਂ ਬਾਹਰ ਸੁੱਟ ਦਿੱਤੇ ਨੇ। ਔਰ ਨਹੀਂ ਪੈਸੇ ਉਹਨੇ ਲੈ ਲਏ ਉਹ ਤੋਂ ਸਾਰਿਆਂ ਬਾਅਦ ਦੇ? ਇੱਕ ਛੇੜ ਚੁੱਕੀ ਆ। ਛੇੜ ਚੁੱਕਣ ਤੋਂ ਬਾਅਦ ਨਾ ਉਹਨੇ ਕੀ ਆ, ਥੱਲੇ ਇੰਜਨ ਦੇ ਲਾਗੇ ਨਾ ਇੱਕ ਛੋਟੀ ਜਿਹੀ ਡਿੱਗੀ ਬਣਾਈ ਦੀ, ਤੇ ਸਾਨੂੰ ਤਿੰਨਾਂ ਮੁੰਡਿਆਂ ਨੂੰ ਉਸ ਡਿੱਗੀ ਚ ਵਾਰਤਾ, ਤੇ ਬਾਹਰੋਂ ਉਹਨੇ ਲਾਕ ਕਰਤਾ ਡਿੱਗੀ ਨੂੰ। ਅੱਛਾ, ਉਹ ਸਫ਼ਰ ਨਹੀਂ ਤੇ ਹੈ ਉਹ- ਸੀ ਸਾਡਾ ਕੋਈ, ਉਹਦੇ ਸਮਝ ਲਓ ਕਿ ਉਹਦੀ ਡਿੱਗੀ ਨਾ ਉੱਥੇ ਨਾ ਬੰਦਾ ਸਹੀ ਤਰ੍ਹਾਂ ਬਹਿ ਸਕਦਾ ਸੀ, ਤੇ ਨਾ ਹੀ ਆ ਕੇ ਘਰ ਬੰਦਾ ਕੋਈ ਘਰ ਹੀ ਲੈ, ਕੋਈ ਨਹੀਂ ਜਿੱਥੇ ਜਿੱਥੇ ਉਨੀ ਕੀ ਜਗ੍ਹਾ ਸੀ ਤਿੰਨਾਂ ਬੰਦਿਆਂ ਦੀ। ਨਹੀਂ ਤੇ ਉਹ ਜਿੰਨੇ ਪੈਸੇ ਉਸ ਤੁਹਾਡੇ ਦਾ ਕੋਲ ਹੈ ਸੀ ਸਾਰੇ ਸਫ਼ਰ ਜਿਹੜਾ 12-13 ਘੰਟੇ ਦਾ ਸਫ਼ਰ ਸੀ। ਉੱਥੇ ਸਾਹ ਦਾ ਬੜਾ ਮਸਲਾ ਹੋਣ ਡਿਆ ਕਿਉਂਕਿ ਹਵਾ ਬਹੁਤ ਰੁਕ ਕੇ ਆਉਂਦੀ ਸੀ। ਸੁਰਾਖ ਕੀਤੇ ਹਨ ਉਹਨਾਂ ਨੇ ਥੱਲੇ, ਜੋ ਬੱਸ ਚੱਲਦੀ ਸੀ ਨਾ ਉਦੋਂ ਤੇ ਕੋਈ ਏਡਾ ਮਸਲਾ ਨਹੀਂ ਹੁੰਦਾ, ਪਰ ਜਿੱਥੇ ਜਾ ਕੇ ਬੱਸ ਖਲੋ ਜਾਂਦੀ ਨਾ ਉੱਥੇ ਸਾਹ ਦੀ ਬਹੁਤ ਪ੍ਰੋਬਲਮ ਹੁੰਦੀ ਹੈ। ਨਹੀਂ ਤੇ ਉਹ ਜਿਹੜੇ ਉਸ ਤੋਂ ਬਾਅਦ ਤੁਸੀਂ ਜਿਸ ਜਗ੍ਹਾ ਤੋਂ ਅਸੀਂ ਗਏ ਨਾ ਉੱਥੇ ਫੁੱਲ ਗਰਮੀ ਸੀ, ਤੇ ਜਿੱਥੇ ਜਾ ਕੇ ਸਾਨੂੰ ਉਹਨਾਂ ਲਾਇਆ ਸੀ ਉੱਥੇ ਫੁੱਲ ਠੰਡ ਸੀ, ਤੇ ਪਾਈਆਂ ਟੀ-ਸ਼ਰਟਾਂ ਸੀ ਜੀ। ਜਦੋਂ ਸਾਨੂੰ ਕੱਢਿਆ, ਕੱਢਣ ਤੋਂ ਬਾਅਦ ਇਹ ਕਹਿੰਦੇ ਵਾਣਾ ਵੱਲ ਨੂੰ ਭੱਜੋ। ਅਸੀਂ ਵੀ ਦੌੜ ਲਾ ਕੇ ਕਹਿੰਦੇ ਦੌੜਦੇ ਜਾਏਗਾ ਅੱਗੇ ਨਾ, ਅਸੀਂ ਗਏ ਤੇ ਕੋਈ ਅਫਗਾਨੀ ਮੁੰਡੇ ਬੈਠੇ ਤੇ ਨਾਲ ਡੈਂਕਰ ਹਨ, ਉਹਨਾਂ ਨੇ ਸਾਨੂੰ ਇਸ਼ਾਰਾ ਕੀਤਾ ਵੀ ਇੱਥੇ ਬਹਿ ਜਾਓ। ਅਸੀਂ ਬਹਿ ਗਏ, ਵਿੱਚ ਇੱਕ ਦੋ ਮੁੰਡੇ ਨੂੰ ਅਫਗਾਨੀ ਨੂੰ ਆਉਂਦੀ ਸੀ ਉਰਦੂ, ਉਹ ਸਾਨੂੰ ਦੱਸੀ ਜਾਏ ਕਿਉਂਕਿ ਇਰਾਨੀ ਤੇ ਅਫਗਾਨੀਆਂ ਦੀ ਜ਼ੁਬਾਨ ਜਿਹੜੀ ਹੈ ਨਾ ਇੱਕੋ ਹੀ ਆ, ਫਾਰਸੀ, ਦੋਨੋਂ ਫਾਰਸੀ ਬੋਲਦੇ ਨੇ, ਤੇ ਉਹ ਇੱਕ ਦੂਸਰੇ ਦੀ ਜ਼ੁਬਾਨ ਸਮਝ ਜਾਂਦੇ ਹਨ, ਪਰ ਸਾਨੂੰ ਨਹੀਂ ਸਮਝ ਲੱਗਦੀ। ਸਾਨੂੰ ਜਿਹੜਾ ਅਫਗਾਨੀ ਟ੍ਰਾਂਸਲੇਟ ਕਰਕੇ ਉਹੀ ਸਾਨੂੰ ਸਮਝ ਲੱਗਦੀ। ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੋਵਾਂ ਮੋਟਰਸਾਈਕਲਾਂ ਤੇ ਬਿਠਾਇਆ ਕਿਉਂਕਿ ਅਸੀਂ 4 ਜਣੇ ਸਨ, 3 ਜਣੇ ਅਸੀਂ ਇੱਕੋ ਪਿੰਡ ਦੇ ਤੇ ਇੱਕ ਮੁੰਡਾ ਹੋਰ ਕੇ ਬੰਨੇ ਦਾ ਸੀ, ਤੇ ਉਹਨਾਂ 2-2 ਕਰਕੇ ਸਾਨੂੰ ਮੋਟਰਸਾਈਕਲ ਤੇ ਬਿਠਾਇਆ। ਤੇ ਉੱਥੇ ਵੈਸੇ ਬੜੀ ਠੰਡ ਲੱਗਦੀ ਪਈ, ਤੇ ਜਦੋਂ ਮੋਟਰਸਾਈਕਲਾਂ ਤੇ ਉਹ ਸਾਨੂੰ ਲੈ ਕੇ ਜਾਣ ਡਿਆ ਤਾਂ ਬਹੁਤੀ ਠੰਡ ਲੱਗਦੀ। ਇੱਥੋਂ ਤੱਕ ਵੀ ਜਿੱਥੇ ਉਹ ਸਾਨੂੰ ਮੋਟਰਸਾਈਕਲ ਤੋਂ ਲਾਉਂਦੇ ਸੀ ਨਾ, ਵੀ ਜਿੱਥੇ ਉਹਨਾਂ ਨੂੰ ਲੱਗਦਾ ਵੀ ਖਤਰਾ, ਤੇ ਮੋਟਰਸਾਈਕਲ ਤੇ ਲਾ ਕੇ ਕਹਿੰਦੇ ਮੋਟਰਸਾਈਕਲ ਲਾ ਕੇ ਬਹਿ ਜਾਓ, ਤੇ ਸਾਨੂੰ ਕਹਿੰਦੇ ਨੇ ਉਹ ਜਿਹੜੇ ਇੰਜਨ ਹੁੰਦੇ ਆ ਇੰਜਨ ਦੇ ਉੱਤੇ ਹੱਥ ਰੱਖ ਲਓ, ਇੰਜਨ ਦੇ ਉੱਤੇ ਤੇ ਸਾਨੂੰ ਕਿੰਨੀ ਦੇਰ ਹੱਥ ਥੋੜੇ ਜਿਹੇ ਗਰਮ ਹੋਏ ਨੇ, ਇੰਨੇ ਠੰਡੇ ਹੋ ਗਏ ਦੇ ਹਨ। ਠੀਕ ਉਸ ਤੋਂ ਬਾਅਦ ਫਿਰ ਇੱਕ ਕਾਰ ਆਈ ਆ, ਉਹਨਾਂ ਨੇ ਟੈਕਸੀ ਬੁਲਾਈ ਹੈ, ਟੈਕਸੀ ਦੇ ਉੱਤੇ ਸਾਨੂੰ ਬਿਠਾ ਕੇ ਨਾ ਤੇ ਉਹਨਾਂ ਨੇ ਭੇਜਤਾ। ਉਹ ਟੈਕਸੀ ਵਾਲਾ ਬੰਦਾ ਵੀ, ਕਿਉਂਕਿ ਉੱਥੇ ਬੰਦਾ ਹੀ ਹਰ ਬੰਦਾ ਨਾ ਚਾਹੁੰਦਾ ਵੀ ਮੈਂ ਨਾ ਕੋਈ ਨਾ ਕੁਛ ਕਢਵਾ ਹੀ ਲਾਂ, ਉਹ ਵੀ ਸਾਨੂੰ ਕਹਿੰਦੇ ਸਾਨੂੰ 10,000 ਘੁੰਮਣ ਦੋ। ਹਜੇ ਜਿਹੜਾ ਸੀ ਨਾ ਉਹਨੂੰ ਸਾਨੂੰ ਕੋਈ ਸਾਡਾ ਕੋਈ ਨਹੀਂ ਬਣਦਾ ਵੀ ਉਹਨੂੰ ਪੈਸੇ ਦਈਏ, ਪਰ ਉਹਨੇ ਫਿਰ ਸਾਡੇ ਕੋਲ 10,000 ਘੁੰਮਣ ਲਏ। ਕਹਿੰਦਾ ਅਸੀਂ ਵੀ ਮਜਬੂਰ ਹਾਂ ਵੀ ਸਾਨੂੰ ਦੇਣੇ ਪੈਂਦੇ ਹਨ, ਵੀ ਕਿਤੇ ਉਂਝ ਨਾ ਕਿਤੇ ਪੁੱਠੀ ਜਗ੍ਹਾ ਤੇ ਲਾ ਤੇ ਅਸੀਂ ਕੀ ਕਰ ਲਾਂਗੇ। ਹਾਂ, ਨਹੀਂ ਤੇ ਜਿਹੜੇ ਤੁਸੀਂ ਕਹਿ ਰਹੇ ਹੋ ਪੈਸੇ ਉਹਨਾਂ ਨੇ ਕੱਢ ਲਏ, ਤੇ ਉਹ ਪੈਸੇ ਸਾਰੇ ਨਹੀਂ ਕੱਢੇ ਸੀ, ਹੈ ਸੀ ਜੇ ਪੈਸੇ? ਉਹ ਅਸੀਂ ਹਰ ਕਿਉਂਕਿ ਸਾਨੂੰ ਥੋੜੀ ਜਿਹੀ ਨਾ ਪਿੱਛੋਂ ਹੀ ਦੱਸਿਆ ਗਿਆ ਸੀ ਵੀ ਤੁਸੀਂ ਕੋਈ ਵੀ ਚੀਜ਼ ਆ ਥੋੜੇ ਜਿਹੇ ਕੁਛ ਉੱਤੇ ਪੈਸੇ ਰੱਖਣੇ ਤੇ ਕੁਛ ਲਿਖਾ ਕੇ ਰੱਖਣੇ ਆ, ਜਿਹੜੇ ਉਤਲੇ ਆ ਨਾ ਉਹ ਤੁਸੀਂ ਕੋਸ਼ਿਸ਼ ਕਰਨੀ ਹੈ ਜਿਹੜਾ ਤੁਹਾਡੇ ਕੋਲ ਖੋਏ ਨੂੰ ਫੜਾ ਦਿਓ ਉਸੇ ਲਈ। ਅੱਛਾ, ਤੁਸੀਂ ਫੜਾ ਦੋਗੇ ਤੁਹਾਡੇ ਦੂਜੇ ਪੈਸੇ ਮਹਿਫੂਜ਼ ਰਹਿਣਗੇ। ਜੇ ਤੁਸੀਂ ਦੋਨੋਂ ਲੁਕਾਉਣ ਦੇ ਚੱਕਰਾਂ 'ਚ ਪਓਗੇ ਤਾਂ ਤੁਹਾਡੇ ਦੋਵੇਂ ਸਾਰੇ ਪੈਸੇ ਜਾਂਦੇ ਰਹਿਣਗੇ। ਆਹ ਉੱਥੇ ਤੁਸੀਂ ਕਰ ਹੀ ਨਹੀਂ ਸਕਦੇ ਕੁਝ, ਪੈਸੇ ਨਾ ਉਹ ਸਾਰੇ ਖੋਲੇ ਤੇ ਕੀ ਕਰ ਸਕਦੇ। ਰੱਖੀਦੇ ਹਨ। ਫਿਰ ਉਹਨੂੰ 10,000 ਦਿੱਤਾ, ਉਹਨੇ ਸਾਨੂੰ ਜਾ ਕੇ ਫਿਰ ਇੱਕ ਬੱਕਰੀਆਂ ਦਾ ਢਾਣਾ ਸੀ ਉਹਦੇ ਵਿੱਚ ਜਾ ਕੇ ਸਾਨੂੰ ਲਾ ਦਿੱਤਾ। ਅੱਛਾ, ਉਹ ਉੱਥੇ ਜਦੋਂ ਅਸੀਂ ਅੰਦਰ ਵੜਿਆ ਤੇ ਅੰਦਰ ਕੰਬਲ ਇੱਕ ਪਿਆ ਸੀ, ਕੰਬਲ ਦੇ ਵਿੱਚ ਅਸੀਂ ਨੇ ਵੇਖਿਆ ਉਹ ਠੜੇ ਦੇ ਹਨ, ਕੰਬਲ ਦੇ ਵਿੱਚ ਵੜ ਗਏ। ਉੱਥੇ ਕੋਈ ਪਹਿਲੇ ਵੀ ਮੁੰਡੇ ਕੋਈ 3-4 ਹਨ, ਉਹ ਜਦੋਂ ਅਸੀਂ ਆਪਸ ਚ ਗੱਲਾਂ ਕਰਨ ਡਿਆ ਤੇ ਉਹ ਵੀ ਬੋਲਣਾ ਸ਼ੁਰੂ ਕਰਤੇ, ਤੇ ਕਹਿੰਦੇ ਤੁਸੀਂ ਕਿੱਥੋਂ? ਜਦੋਂ ਅਸੀਂ ਦੱਸਿਆ ਨਾ ਵੀ ਅਸੀਂ ਉੱਥੋਂ ਆ, ਤੇ ਉਹ ਸਾਡੇ ਪਿੰਡ ਦੇ ਹਨ 3 ਮੁੰਡੇ ਜਿਹੜੇ ਪਹਿਲੇ ਹਨ ਵਿੱਚ ਬੜੇ। ਅੱਛਾ, ਉਹ ਫਿਰ ਕੋਈ ਪੰਜਾਬੀ ਲੱਗੇ, ਸਕੂਨ ਵੀ ਹੋਇਆ ਵੀ ਚਲੋ ਆਪਣੇ ਪਿੰਡ ਦੇ ਮੁੰਡੇ ਨੇ, ਚਲੋ ਥੋੜਾ ਜਿਹਾ ਸਫ਼ਰ ਮਜ਼ੇ ਦਾ ਹੋ ਜਾਏਗਾ। ਅੱਛਾ, ਜਦੋਂ ਦਿਨ ਚੜਿਆ ਨਾ ਤੇ ਉਹ ਉੱਥੇ ਜਿਹੜਾ ਉੱਥੋਂ ਦਾ ਡੈਂਕਰ ਸੀ ਉਸ ਸ਼ੇਰ ਦਾ, ਉਹ ਆਇਆ ਤੇ ਉਹਨੇ ਕੋਈ 40-50 ਹੋਰ ਅਫਗਾਨੀ ਉਸ ਕਮਰੇ ਚ ਛੋਟੇ ਜਿਹੇ ਕਮਰੇ ਚ ਲਿਆ ਕੇ ਵਾਸਤੇ, ਤੇ ਉਹ ਅਫਗਾਨੀ ਬੋਲੀ ਜਾਣ ਪਤਾ ਨਹੀਂ ਕੀ ਅੱਖ ਜੋ ਲੱਗੇ ਹਨ, ਬਹੁਤ ਰੋਲੀ ਪੈ ਗਈ। ਉਹਨੇ ਫੜੀ ਸਪਰੇਅ ਬੋਸ਼ ਕਰਨ ਵਾਲੀ ਤੇ ਉਹ ਅੰਦਰ ਮਾਰਤੀ, ਸਪਰੇਅ ਸੁੱਟੀ ਨਾ।
ਉਹ ਬੋਝ ਤੇ ਕੋਈ ਨਹੀਂ ਹੋਇਆ, ਪਰ ਸਾਰੇ ਉਲਟੀਆਂ ਕਰਨ ਲੱਗ ਪਏ। Oh, no. ਤੇ ਉਹ ਉੱਠਿਆ, ਫਿਰ ਉੱਥੇ ਜਾ ਕੇ ਮੈਂ ਤੇ ਨਾਲ ਹੋਰ ਸਾਡੇ ਨਾਲ ਜਿਹੜੇ ਮੁੰਡੇ ਵਜ਼ੂ ਕੀਤਾ, ਨਮਾਜ਼ ਨਮੂਜ਼ ਪੜ੍ਹੀ। ਤੇ ਉਦੋਂ ਜਿਹੜਾ ਨਾ ਉਸ ਜਗ੍ਹਾ ਤੇ ਜਦੋਂ ਸਾਡਾ ਏਦਾਂ ਦਾ ਵਾਕਿਆ, ਉਦੋਂ ਬਿਲਕੁਲ ਦਿਲ ਖੱਟਾ ਹੋ ਗਿਆ। ਵਿੱਚ ਮੁੰਡੇ ਗੱਲਾਂ ਕਰਨ ਲੱਗ ਪਏ, ਭੱਜ ਜੀ ਇੱਥੋਂ, ਭੱਜ ਕੇ ਜਾ ਕੇ ਪੁਲਿਸ ਵਾਲਿਆਂ ਨੂੰ ਉਹ ਦੇ ਦੀ ਆਪਣੀ ਨਾ, ਉਹਨਾਂ ਨੂੰ ਕਹਿ ਦੀ ਸਾਨੂੰ ਵਾਪਸ ਭੇਜ ਦਿਓ ਪਾਕਿਸਤਾਨ। ਹਾਂ। ਫਿਰ ਕਿੰਨੇ ਦਿਨ ਹੋ ਗਏ ਚਲੋ ਸੀ? ਜੇ ਨਿਕਲੇ, ਪਰ ਇਹਨਾਂ ਨੇ ਸਾਨੂੰ ਨਿਕਲ ਨਹੀਂ ਦੇਣਾ, ਕਿਉਂਕਿ ਸਾਨੂੰ ਪਤਾ ਤੇ ਹੈ ਵੀ ਅਸੀਂ ਜਾਣਾ ਕਿੱਧਰ ਨੂੰ ਹੈ। ਤੇ ਕੁਛ ਮੁੰਡੇ ਕਹਿੰਦੇ ਸੀ ਭੱਜੋ ਤੇ ਮਾਰ ਵੀ ਛੱਡਦੇ ਨੇ, ਕਿਉਂਕਿ ਇਹਨਾਂ ਦੇ ਆਪਣੇ ਵੀ ਇਹਨਾਂ ਨੂੰ ਫਿਰ ਮਸਲਾ ਹੁੰਦਾ ਵੀ ਸਾਡੇ ਬਾਰੇ ਨਾ ਦੱਸ ਦੇਣ। ਹਾਂ। ਤੇ ਕਿੰਨੇ ਦਿਨ ਜਦੋਂ ਹੋ ਗਏ ਹੋਇਆ ਸੀ? ਫਿਰ ਰਾਤ ਦਾ ਟਾਈਮ ਹੋਇਆ, ਤੇ ਉਹਨਾਂ ਨੇ ਉਦੋਂ ਕਾਰਾਂ ਤੁਹਾਨੂੰ ਕਿੰਨੇ ਮੰਗਾਈਆਂ। ਦਿਨ? ਕਾਰਾਂ ਦੇ ਉੱਤੇ ਸਾਨੂੰ ਇੱਕ ਕਾਰ ਦੇ ਵਿੱਚ 11 ਬੰਦੇ ਬਿਠਾਉਂਦੇ ਹਨ। ਕਾਰ ਦੇ 11 ਬੰਦੇ? 11 ਬੰਦੇ, 4 ਜਿਹੜੇ ਹਨ ਉਹ ਪਿਛਲੀ ਡਿੱਗੀ ਚ ਵਾਰਦੇ ਹਨ, ਕਾਰ ਦੀ ਡਿੱਗੀ ਚ, ਤੇ 5 ਜਣੇ ਜਿਹੜੇ ਨੇ ਉਹ ਉਹਦੇ ਚ, ਉਹ ਜਿਹੜੀਆਂ ਪਿਛਲੀਆਂ ਤਿੰਨ ਸੀਟਾਂ ਤੇ 2 ਜਿਹੜੇ ਆ ਉਹ ਜਿੱਥੇ ਪੈਰ ਰੱਖੇ ਦੇ ਨੇ ਉਸ ਜਗ੍ਹਾ ਤੇ ਵਾਰਦੇ ਹਨ, ਤੇ 2 ਜਣੇ ਅਗਲੀ ਫਰੰਟ ਸੀਟ ਤੇ, ਯਾਨੀ ਕਿ ਇੱਕ ਫਰੰਟ ਸੀਟ ਤੇ ਬਿਠਾਉਂਦੇ ਹਨ ਤੇ ਇੱਕ ਉਹਦੇ ਪੈਰਾਂ 'ਚ। ਚੌਂਕੜੀ ਮਾਰ ਕੇ ਬਹਿੰਦੇ ਸੀ? ਹਾਂਜੀ, ਉਹ ਚੌਕੜੀ ਕਿੱਥੇ ਮਾਰੀ ਜਾਂਦੀ ਆ, ਉਹ ਬੜਾ ਇਕੱਠਾ ਮੁੱਠਾ ਹੋ ਕੇ ਵਿੱਚ ਬਣਨਾ ਪੈਂਦਾ, ਕਿਉਂਕਿ ਮੈਂ ਜਿੱਥੇ ਪੈਰ ਰੱਖੀ ਤੇ ਮੈਨੂੰ ਉੱਥੇ ਆ ਰਿਹਾ ਸੀ। ਉਹ ਉੱਥੇ ਜੇ 3-4 ਵਾਰੀ ਸਫ਼ਰ ਹੁੰਦਾ ਹੈ, ਇੱਕ ਵਾਰੀ ਤੇ 2-3 ਵਾਰੀ ਮੈਂ ਡਿੱਗੀ ਚ ਕੀਤਾ ਉਹਦੀ ਕਾਰ ਦੀ, ਤੇ ਮੈਨੂੰ ਡਿੱਗੀ ਵਾਲਾ ਸੁੱਖ ਫਿਰ ਵੀ ਬਿਹਤਰ ਲੱਗਾ ਉਹਦੀ ਨਿਸਬਤ, ਜਿਹੜਾ ਉਹ ਪੈਰਾਂ 'ਚ ਬਹਿਣਾ ਪੈਂਦਾ, ਕਿਉਂਕਿ ਉੱਥੇ ਲੱਤਾਂ ਬਾਹਾਂ ਬੰਦੀਆਂ ਹਰ ਚੀਜ਼ ਹੋ ਜਾਂਦੀ ਹੈ। ਹਾਂ, ਉਹ ਤੇ ਗੋਡੇ ਦਰਦ ਕਰਨ ਲੱਗ ਪਏ ਹੋਣਗੇ। ਤੇ ਉਦੋਂ ਜਾ ਕੇ ਉਹਨਾਂ ਤਹਿਰਾਨ ਲਾਇਆ ਨਾ, ਤੇ ਮੈਂ ਸਮਝ ਲਓ ਵੀ ਜਦੋਂ ਮੈਨੂੰ ਉਹਨਾਂ ਲਾਇਆ ਨਾ, ਤੇ ਮੈਂ ਬੜਾ ਔਖਾ ਵਿੱਚੋਂ ਨਿਕਲਿਆ ਬਾਹਰ, ਖਿੱਚਦ ਹੋ ਕੇ। ਮੇਰੇ ਕੋਲ ਬੂਟ ਜਿਹੜੇ ਲੱਥ ਲੁੱਥ ਗਏ ਹਨ, ਜਿਸਮ ਕਿੰਨੀ ਦੇਰ ਬਾਅਦ ਮੇਰੇ ਜਿਸਮ ਨੇ ਹਰਕਤ ਕੀਤੀ ਹੈ, ਕਿਉਂਕਿ ਸਾਰਾ ਜਿਸਮ ਸੁਣਨਾ ਹੋ ਗਿਆ ਸੀ। ਉਹ ਜਾਣਾ ਜਦੋਂ ਬੰਦਾ ਕਿਤੇ ਇੱਕ ਜਗ੍ਹਾ ਤੇ ਪੈਰ ਰੱਖੇ ਤੇ ਪੈਰ ਸੌ ਜਾਂਦਾ ਤੇ ਕੀੜੀਆਂ ਲਾ ਕੇ, ਤੇ ਬਾਅਦ ਚ ਉਹ ਤੋਂ ਬਾਅਦ ਪਤਾ ਨੀ ਕੀ ਉਹ ਹਾਲ ਹੋ ਗਿਆ ਸੀ ਮੇਰਾ ਜਦੋਂ। ਤੇ ਖੈਰ ਤਹਿਰਾਨ ਲਾਉਣ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਸੇਲ ਚ ਲੈ ਗਏ ਨੇ, ਉੱਥੇ ਖੜ ਕੇ ਤੇ ਉੱਥੇ ਕੋਈ 2-3 ਘੰਟੇ ਬੈਠੇ ਹੋਵਾਂਗੇ। ਤੇ ਫਿਰ ਉਹਨਾਂ ਨੇ ਕਿਹਾ ਜਿਹੜੇ ਅੱਜ 5 ਮੁੰਡੇ ਆਏ ਆ ਨਾ, ਜਿਹੜੇ ਅੱਜ 5 ਮੁੰਡੇ ਤਿਆਰ ਹੋ ਗਏ ਨੇ, ਕਿਉਂਕਿ ਮੁਖਤਲਿਫ ਸੇਬ ਦੇ ਬੰਦੇ ਹੁੰਦੇ ਹਨ, ਉਹ ਸਾਰੇ ਜਿਹੜੇ ਨਾ ਇੱਕ ਸੇਬ ਦੇ ਬੰਦੇ ਨਹੀਂ ਹੁੰਦੇ ਹਨ। ਸਫ਼ਰ ਜਿਹੜਾ ਸਾਰੇ ਤਕਰੀਬਨ ਇਕੱਠਾ ਕਰਦੇ ਹਨ, ਪਰ ਮੁਖਤਲਿਫ ਜਿਹੜੇ ਏਜੰਟ ਹੁੰਦੇ ਹਨ ਉਹਨਾਂ ਦੇ ਮੁਖਤਲਿਫ ਬੰਦੇ ਹੁੰਦੇ ਹਨ, ਉਹ ਮੁਖਤਲਿਫ ਸੇਬਾਂ ਦੇ ਵਿੱਚ ਰੱਖਦੇ ਹਨ। ਜਿਹੜੇ ਅਸੀਂ 5 ਬੰਦੇ ਹਨ ਇੱਕ ਸੇਬ ਦੇ, ਉਹਨਾਂ ਸਾਨੂੰ ਕਹਿੰਦੇ ਤਿਆਰ ਹੋ ਜਾਓ। ਉਹ ਸਾਨੂੰ ਲੈ ਗਏ ਨੇ ਤੇ ਜਾ ਕੇ ਇੱਕ ਪਾਰਕ ਦੇ ਵਿੱਚ ਉਹਨਾਂ ਨੇ ਬਿਠਾ ਦਿੱਤਾ, ਬੈਠੇ ਦੇ ਵਾਹ ਉਹਨਾਂ ਨੇ ਕੋਈ 4-5 ਘੰਟੇ ਉੱਥੇ ਖਾਦੇ ਦਾ ਵੀ ਕੁਛ ਨਹੀਂ, ਭੁੱਖ ਵੀ ਲੱਗੇ ਦੇ। ਪਰ ਮੈਨੂੰ ਜਿਹੜਾ ਹੈ ਨਾ, ਮੈਨੂੰ ਆਪਣੇ ਜਿਹੜੇ ਆਪਣੇ ਬੰਦਿਆਂ ਨੂੰ ਸਾਰਿਆਂ ਤੋਂ ਲੈਦਾ ਮੈਨੂੰ ਉਹਨਾਂ ਨੇ ਕਰ ਦਿੱਤਾ, ਕਿਉਂਕਿ ਬੰਦੇ ਚੁਣਦਿਆਂ ਨੂੰ ਜਸ਼ਾਮਤ ਵੇਚਦੇ ਹਨ ਬੰਦਿਆਂ ਦੀ, ਤੇ ਕੁਛ ਏਦਾਂ ਦਾ ਕੋਈ ਉਹਨਾਂ ਦਾ ਆਪਣਾ ਹਿਸਾਬ ਹੁੰਦਾ, ਸਾਨੂੰ ਨੇ ਆਈਡੀਆ ਹੈਗਾ ਵੀ ਉਹ ਆਪਣੇ ਜ਼ਹਿਨ ਨਾਲ ਸੋਚਦੇ ਹਨ ਵੀ ਕਿਹੜੇ ਬੰਦੇ ਨਾਲ ਭੇਜਣਾ, ਉਸ ਹਿਸਾਬ ਨਾਲ ਉਹ ਵੰਡ ਕੇ ਕਰਦੇ ਹਨ। ਤੇ ਜਿਹਨਾਂ ਨਾਲ ਮੈਂ ਸੀ ਨਾ, ਉਹਦੇ ਚ 2 ਲੋਹੜੀ ਮੁੰਡੇ ਹਨ ਤੇ ਇੱਕ ਸਿਆਲਕੋਟ ਦਾ ਸੀ ਤੇ ਇੱਕ ਮੈਂ, ਉਹ ਫਿਰ 4 ਮੁੰਡੇ ਹਨ ਉਹਦੇ ਚ ਨਾ, 5 ਮੁੰਡੇ। ਇੱਕ ਡਿੱਗੀ ਚ ਸੀ, ਡਿੱਗੀ ਚ ਜਿਹੜਾ ਸੀ ਉਹਦਾ ਮੈਨੂੰ ਪਤਾ ਨਹੀਂ ਹੋ ਪੜਾ ਸੀ ਕੋਈ। ਖੈਰ ਸਫ਼ਰ ਸ਼ੁਰੂ ਹੋ ਗਿਆ। ਉਹ ਸਫ਼ਰ ਸਾਡਾ ਹੈ ਹੀ ਕੋਈ 10-12 ਘੰਟੇ ਦਾ। 10-12 ਘੰਟੇ ਉਹਦੇ ਵਿੱਚ ਮੈਨੂੰ ਫਰੰਟ ਸੀਟ ਤੇ ਸੀਟ ਲੱਭੀ ਸੀ, ਉਹ ਸਫ਼ਰ ਦਾ ਥੋੜਾ ਮਜ਼ੇ ਦਾ ਸੀ, ਪਰ ਉਹਦਾ ਇਹ ਸੀ ਜਦੋਂ ਥੋੜੀ ਜਿਹੀ ਅੱਖ ਲੱਗਣ ਲੱਗਦੀ ਪਿੱਛੋਂ ਜਿਹੜੇ ਲੋਹੜੀ ਮੁੰਡੇ ਹਨ ਉਹ ਬਾਰ ਖਾਲਣ, ਭਾਈ ਇਹ ਪਤਾ ਨਹੀਂ ਹਮੇ ਕਹਾਂ ਲੈ ਜਾਏਗਾ। ਮੈਂ ਮੈਨੂੰ ਚੰਗਾ ਪਤਾ ਵੀ ਕਿੱਥੇ ਲੈ ਕੇ ਜਾਣਗੇ। ਯਾਰ ਮੈਨੂੰ ਤੇ ਉਸ ਨੀਂਦ ਨਹੀਂ ਪੂਰੀ ਹੋਈ ਯਾਰ, ਜਦੋਂ ਬੰਦਾ ਜਿਸਮ ਜਿਹੜਾ ਸਫ਼ਰ ਮੁਸ਼ਕਲ ਹੋਏ ਉੱਥੇ ਕਿੱਥੇ ਨੀਂਦ ਆਉਂਦੀ ਆ। ਉਹ ਖੈਰ
4-5 ਘੰਟੇ ਬਾਅਦ ਨਾ ਪਿਛਲਾ ਜਿਹੜਾ ਡਿੱਗੀ 'ਚ ਬੈਠਾ ਉਹ ਡਿੱਗੀ ਖੜਕਾਈ ਜਾਏ। ਉਹ ਫਰੰਟ ਸੀਟ ਤੋਂ ਮੈਨੂੰ ਉਹਨੇ ਲਾਇਆ ਤੇ ਕਹਿੰਦਾ ਤੂੰ ਡਿੱਗੀ ਚੱਲ ਜਾ ਤੇ ਉਹਨੂੰ ਅੱਗੇ ਭੇਜ ਦੇ। ਜਦੋਂ ਮੈਂ ਡਿੱਗੀ ਤੇ ਗਿਆ ਤੇ ਉੱਥੇ ਕੰਬਲ ਪਿਆ ਸੀ, ਮੈਂ ਇਕੱਲਾ ਹਾਂ। ਮੈਂ ਫਿਰ ਟਿਕਾ ਕੇ ਨੀਂਦ ਪੂਰੀ ਕੀਤੀ। ਮੈਂ ਹੁਣ ਤੇ ਨਾ ਕੋਈ ਠਾਲਣ ਵਾਲਾ ਹੈਗਾ। ਉਹ ਜਦੋਂ ਉੱਠਿਆ ਤੇ ਜਦੋਂ ਸਾਨੂੰ ਉਹਨਾਂ ਨੇ ਲਾਇਆ ਤੇ ਜਿੱਥੇ ਲਾਇਆ ਨਾ ਉਹ ਮਾਕੋ ਪਹਾੜੀ ਸੀ ਤੇ ਉਹ ਜੋ ਮੈਂ ਤਾਂ ਵੇਖਿਆ ਤਾਂ ਆਲੇ ਦੁਆਲੇ ਪਹਾੜ ਹੀ ਪਹਾੜ ਹਨ। ਉੱਥੇ ਸਾਨੂੰ ਇੱਕ ਗਾਰ ਦੇ ਵਿੱਚ ਲੈ ਗਏ ਨੇ। ਗਾਰ ਦੇ ਵਿੱਚ ਉਹਨਾਂ ਨੇ ਆਂਡੇ ਛਾਂਡੇ ਤੇ ਨਾਲ ਕਾਵਾ ਸ਼ਾਵਾ ਦਿੱਤਾ ਤੇ ਉਹ ਪੀਣ ਪੂਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤਿਆਰ ਹੋ ਜਾਓ, ਤੁਹਾਨੂੰ ਨਾ ਕੋਈ ਅੱਧੇ ਘੰਟੇ ਬਾਅਦ ਅਸੀਂ ਕੱਢਣਾ। ਅੱਛਾ। ਉਹਨਾਂ ਨੇ ਫਿਰ ਸਾਨੂੰ ਜਦੋਂ ਕੱਢਣ ਲੱਗਿਆ ਉਹਨਾਂ ਨੇ ਇੱਕ ਡਾਲੇ 'ਚ ਬਿਠਾਇਆ ਸਾਨੂੰ ਤੇ ਉਹ ਪਹਾੜ ਵੀ ਇਸ ਤਰ੍ਹਾਂ ਹਨ ਜਿਹੜੇ ਸਿੱਧੇ ਸਿੱਧੇ ਨੇ। ਉਹ ਡਾਲੇ ਐਡੇ ਵਾਏ ਜ਼ਾਲਮ ਕਿਸਮ ਦੇ ਉਹਨਾਂ ਤੋਂ ਚੜ ਜਾਂਦੇ ਹਨ ਪਹਾੜਾਂ ਤੇ। ਅੱਛਾ। ਉਹਨਾਂ ਉੱਤੇ ਚੜ ਕੇ ਕਾਫੀ ਕੋਈ ਸਫ਼ਰ ਏਦਾਂ ਡਾਲੇ ਤੇ ਲਾ ਕੀਤਾ। ਫਿਰ ਸਾਨੂੰ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਪੈਦਲ ਅੱਗੋਂ ਚੱਲਣਾ। ਪੈਦਲ ਚੱਲਦੇ ਗਏ ਆ ਤੇ ਜਦੋਂ ਸਾਡੇ 'ਚ ਇੱਕ ਜਿਹੜਾ ਮੁੰਡਾ ਸਾਡੇ ਪਿੰਡ ਦਾ ਸੀ ਉਹਦਾ ਨਾ ਉਹ ਦੁੱਧ ਕਿਤੇ ਦੌੜਿਆ ਨਾ ਤੇ ਉਹਦੇ ਪੈਰ ਤੇ ਮੋਚ ਆ ਗਈ ਤੇ ਬੜਾ ਮੁਸ਼ਕਿਲ ਹੋਇਆ ਉਹਦਾ ਚੱਲਣੀ ਨਾ। ਹਾਂ ਹਾਂ। ਉਹ ਹੈ ਵੀ ਸਫ਼ਰ ਏਦਾਂ ਦਾ ਵੀ ਬੰਦੇ ਦਾ ਪੂਰਾ ਜ਼ੋਰ ਲੱਗਦਾ। ਜੋ ਪਹਾੜ ਚੜ੍ਹਨੇ ਹੁੰਦੇ ਤੇ ਬੜਾ ਬੰਦੇ ਜ਼ੋਰ ਲੱਗਦਾ ਤੇ ਉੱਤਰ ਲੱਗਿਆ ਬੜਾ ਇhtiyat ਕਰਨੀ ਪੈਂਦੀ ਆ। ਤੇ ਪਹਾੜ ਨੂੰ ਕਦੀ ਉੱਤੇ ਚੜ੍ਹੋ ਕਦੀ ਥੱਲੇ ਉਤਰੋ ਕਦੀ ਉੱਤੇ ਚੜ੍ਹੋ। ਜਦੋਂ ਬਾਰਡਰ ਏਰੀਆ ਆ ਗਿਆ ਕਿਉਂਕਿ ਮੈਂ ਵੀ ਨਾ ਸਾਡਾ ਵੀ ਤਲਕ ਜਿਹੜਾ ਨਾ ਬਾਰਡਰ ਏਰੀਆ ਤੋਂ ਆ ਤੇ ਬੰਦੇ ਨੂੰ ਆਈਡੀਆ ਹੋ ਜਾਂਦਾ ਜਿਹੜਾ ਬਾਰਡਰ ਏਰੀਆ ਨਾ ਵੀ ਕਿੱਦਾਂ ਦਾ ਹੋਏਗਾ। ਆਈਡੀਆ ਹੋ ਗਿਆ ਸੀ ਵੀ ਇਹ ਲੱਗਦਾ ਬਾਰਡਰ ਏਰੀਆ ਹੋਏਗਾ ਤੇ ਅੱਛਾ। ਉਹ ਮੈਂ ਫਿਰ ਮੁੰਡਿਆਂ ਨੂੰ ਕਿਹਾ ਆਪਣੇ ਨਾਲ ਦਿਆਂ ਨੂੰ ਫਿਰ ਮੈਂ ਹੁਣ ਤੁਸੀਂ ਨਾ ਡੈਂਕਰ ਦੇ ਨਾਲ ਹੀ ਰਹਿਣਾ, ਡੈਂਕਰ ਤੋਂ ਸਾਈਡ ਤੇ ਨਹੀਂ ਹੋਣਾ। ਅੱਛਾ। ਉਹ ਡੈਂਕਰ ਨੇ ਉਹੀ ਥੋੜਾ ਜਿਹਾ ਜਾ ਕੇ ਸਾਨੂੰ ਬਿਠਾ ਦਿੱਤਾ ਤੇ ਜੋ ਮੈਂ ਇੱਧਰ ਵੇਖਿਆ ਤੇ ਪੱਲੇ ਪਾਸੇ ਚੌਂਕੀ ਤੇ ਉੱਧਰ ਵੀ ਚੌਂਕੀ ਸੀ ਤੇ ਵਿੱਚ ਉਹਦੀ ਨਾ ਰਾਹ ਸੀ ਤੇ ਜਿਹੜਾ ਤੁਰਕੀ ਦਾ ਸੀ ਨਾ ਬਾਰਡਰ ਤੋਂ ਨਾਲ ਹੀ ਉਹ ਇੱਕਦਮ ਪਹਾੜੀ ਤਾਂ ਨੂੰ ਚੜ੍ਹਦੇ ਸੀ। ਹਾਂ ਹਾਂ। ਤੇ ਉਹ ਪਹਾੜੀ ਵੀ ਏਦਾਂ ਦੀ ਪਿਆਉਣ ਲੱਗਦੀ ਜਿਵੇਂ ਪੱਥਰ ਫਟਾ ਕੇ ਨਾ ਤੇ ਚਿਣ ਕੇ ਰੱਖੇ ਨੇ। ਉਹ ਇਸ ਤਰ੍ਹਾਂ ਦੀ ਸੀ। ਉਹ ਮੈਂ ਸੋਚਣਾ ਮੈਂ ਜੇ ਦੌੜਨਾ ਪਿਆ ਤੇ ਕਿੱਦਾਂ ਚੜਾਂਗਾ ਉਹ ਸੋਚ ਕੇ ਨਾ ਜਦੋਂ ਉਹਨਾਂ ਨੇ ਕਿਹਾ ਵੀ ਡੈਂਕੇ ਨੇ ਕਿਹਾ ਵੀ ਦੌੜੋ ਅਸੀਂ ਦੌੜ ਲਾ ਤੇ ਅੱਗੇ ਆਈ ਛੋਟੀ ਜਿਹੀ ਵਾਰ ਜਿਵੇਂ ਲਾਈ ਹੈ ਤਾਰ ਦੀ ਵੀ ਨਿਸ਼ਾਨਦੇਹੀ ਕੀਤੀ ਸੀ। ਉਹ ਐਵੇਂ ਛਾਲ ਮਾਰੀ ਤੇ ਟੱਪ ਲਈ। ਟੱਪ ਕੇ ਤੇ ਉਹ ਜੋ ਪਹਾੜੀ ਚੜੇ ਆ ਉੱਤੇ ਤੇ ਪਿੱਛੋਂ ਜਿਹੜੇ ਇਰਾਨੀ ਫੌਜੀ ਨੇ ਉਹ ਲਟਕਣਾ ਮਾਰਨ ਲੱਗ ਪਏ। ਉਹ ਮੈਂ ਕਿਹਾ ਤੇ ਉਹਦੀ ਫਾਇਰ ਖੋਲ ਦੇਣ ਕਿਉਂਕਿ ਇਹ ਵੀ ਡਰ ਹੀ ਸੁਣਿਆ ਵੀ ਇਰਾਨੀ ਜਿਹੜੇ ਉਹ ਫਾਇਰ ਵੀ ਖੋਲ ਦਿੰਦੇ ਨੇ। ਮੈਂ ਚੱਲ ਕੋਈ ਨੀ ਮਾਰੋ ਛਾਲਾਂ ਤੇ ਦੌੜੋ ਤੇ ਚੜ੍ਹਦੇ ਗਏ ਆ ਉੱਤੇ ਜੋ ਚੜੇ ਆ ਉੱਤੇ ਤੇ ਮੈਂ ਪਿੱਛੇ ਵੇਖਿਆ ਮੈਂ ਮੇਰੇ ਨਾਲ ਦੇ ਪਾਣੀ ਕਿੱਥੇ ਨੇ। ਉਹ ਕਾਫੀ ਦੇਰ ਬਾਅਦ ਚੜੇ ਨਾ ਉੱਤੇ ਪਹਾੜ ਤੇ। ਅੱਛਾ ਅੱਛਾ। ਤੇ ਉੱਥੇ ਜਦੋਂ ਮੈਂ ਪਹੁੰਚੇ ਫਿਰ ਡੈਂਕਰ ਨੇ ਸਾਨੂੰ ਦੱਸਿਆ ਵੀ ਅਸੀਂ ਨਾ ਹੁਣ ਤੁਰਕੀ ਪਹੁੰਚ ਗਿਆ ਹੁਣ ਸਾਨੂੰ ਕੋਈ ਖਤਰਾ ਨਹੀਂ ਹੈਗਾ ਤੇ ਦੁਆ ਸ਼ੁਆ ਕਰ ਲਓ। ਦੁਆ ਸ਼ੁਆ ਕੀਤੀ ਦੁਆ ਸ਼ੁਆ ਕਰਨ ਡਿਆ ਤੇ ਅੱਗੇ ਜੋ ਦੁਆ ਕਰਦੇ ਅੱਗੇ ਵੇਖਿਆ ਤੇ ਅੱਗੇ ਮੈਂ ਲਾਸ਼ ਪਈ ਸੀ। ਜਦੋਂ ਉਹ ਸਾਰੀ ਖੁਸ਼ੀ ਜਿਹੜੀ ਉਹ ਲਾਸ਼ ਵੇਖ ਕੇ ਨਾ ਬੰਦਾ ਸਾਰੀ ਖੁਸ਼ੀ ਜਿਹੜੀ ਆ ਉਹ ਖਤਮ ਹੋ ਗਈ। ਬੰਦੇ ਦਾ ਜਿਹੜਾ ਪੂਰਾ ਖੌਫ ਜਿਹੜਾ ਉਹ ਧਾਰੀ ਹੋ ਗਿਆ ਸੀ ਉਸ ਟਾਈਮ ਨਾ। ਲਾਸ਼ ਕਿਉਂ ਖਰਾਬ ਹੋਈ ਹੋਈ ਸੀ ਜਾਂ ਕੋਈ ਤਾਜ਼ੀ ਸੀ? ਨਹੀਂ ਉਹ ਲਾਸ਼ ਏਦਾਂ ਸੀ ਵੀ ਜਿਵੇਂ ਨਾ ਇੱਕ ਜਾਂ ਅੱਜ ਦਾ ਹੀ ਕੱਲ ਦਾ ਇਹ ਤਾਜ਼ਾ ਲਾਸ਼ ਸੀ। ਤਾਜ਼ਾ ਹੀ ਸੀ। ਕਿਉਂਕਿ ਉਹ ਡੈਂਕਰ ਵੀ ਦੱਸਦਾ ਕਹਿੰਦਾ ਵੀ ਜਿਹੜੀ ਨਾ ਇੱਥੇ ਲਾਸ਼ ਜਿਹੜੀ ਆ 1-2 ਦਿਨ ਤੋਂ ਬਾਅਦ ਨਹੀਂ ਬਚਦੀ ਕਿਉਂਕਿ ਜਾਨਵਰ ਖਾ ਜਾਂਦੇ ਨੇ। ਉਹੀ ਕੋਈ ਪਾਕਿਸਤਾਨੀ ਲੱਗ ਰਿਹਾ ਸੀ ਜਾਂ ਅਫਗਾਨੀ ਸੀ? ਹੈ ਪਾਕਿਸਤਾਨੀ ਲੜਕਾ। ਪਰ ਬਹੁਤ ਹੀ ਖਤਰਨਾਕ ਹੈ ਜੋ ਵੀ ਹੈ ਤਰੀਕਾ। ਉਹ ਨਾ ਉਹ ਜਿਹੜੀ ਮਾਕੋ ਪਹਾੜੀ ਹੈ ਨਾ ਉਹ ਤੁਸੀਂ ਨੈਟ ਤੇ ਵੀ ਸਰਚ ਕਰੋਗੇ ਨਾ ਤੇ ਉੱਥੇ ਬਹੁਤ ਜ਼ਿਆਦਾਤਰ ਨਾ ਬਹੁਤ ਜ਼ਿਆਦਾ ਹਾਲਾਤਾਂ ਹੁੰਦੀਆਂ ਉਸ ਜਗ੍ਹਾ ਤੇ ਨਾ ਕਿਉਂਕਿ ਪਹਾੜ ਹੀ ਏਦਾਂ ਦੇ ਨੇ ਜੇ ਥੋੜਾ ਜਿਹਾ ਵੀ ਬੰਦਾ ਡਿੱਗ ਗਿਆ ਨਾ ਉਹ ਨਹੀਂ ਬਚਦਾ। ਉਹ ਪਹਾੜ ਜਿਵੇਂ ਤੁਹਾਨੂੰ ਦੱਸਿਆ ਨਾ ਫਟੇ ਦੇ ਨੇ ਜਿਵੇਂ ਆ ਜਿਹੜੇ ਸੂਏ ਨਿਕਲੇ ਨੇ ਉਹਨਾਂ ਦੇ ਉਹ ਜਿਹੜਾ ਥੋੜਾ ਜਿਹਾ ਵੀ ਡਿੱਗ ਗਿਆ ਨਾ ਤਾਂ ਉਹਦਾ ਕੰਮ ਖਤਮ ਹੋ ਗਿਆ। ਫਿਸਲ ਕੇ ਕਿਤੇ ਡਿੱਗ ਗਿਆ ਹੋਣਾ ਉਹ ਫਿਰ। ਆਹੋ ਹੀ ਨਾ ਨਹੀਂ ਪਰ ਉਹਦਾ ਸੁਣ ਚ ਆਇਆ ਸੀ ਜੋ ਉਹੀ ਡੈਂਕਰ ਹੀ ਦੱਸਦਾ ਸੀ ਕਹਿੰਦਾ ਵੀ ਉਹ ਜਿਹੜੀ ਇੱਕਦਮ ਪਹਾੜੀ ਤਾਂ ਨੂੰ ਚੜੋ ਨਾ ਤੇ ਉਹ ਬੰਦੇ ਦਾ ਉਹ ਸਾਹ ਵੀ ਜਿਹੜਾ ਨਾ ਖਤਮ ਹੋ ਜਾਂਦਾ ਕਿਉਂਕਿ ਉਹ ਇੱਕਦਮ ਤਾਂ ਨੂੰ ਚੜਦੀ ਜੇ ਬੰਦੇ ਕੋਲ ਪਾਣੀ ਨਾ ਹੋਏ ਤੇ ਥੋੜੀ ਪਾਣੀ ਦੀ ਪਿਆਸ ਹੁੰਦੀ ਹੈ ਤੇ ਕਹਿੰਦੇ ਉਹਦੇ ਕੋਲ ਪਾਣੀ ਨਹੀਂ ਹੈਗਾ। ਅੱਛਾ ਅੱਛਾ।
ਚਲੋ ਇੱਥੇ ਤੱਕ ਅਸੀਂ ਕਾਫੀ ਟਾਈਮ ਹੋ ਗਿਆ, ਇੱਥੇ ਅਸੀਂ ਰੋਕਦੇ ਹਾਂ। ਅਗਲਾ ਕਾਫੀ ਹਿੱਸਾ ਲੰਬੀ ਹੋ ਗਈ ਹੈ। ਉੱਥੋਂ ਤੁਸੀਂ ਹੁਣ ਤੁਰਕੀ ਤੱਕ ਪਹੁੰਚ ਗਏ ਦਾ ਮਤਲਬ, ਤੁਰਕੀ ਤੋਂ ਅੱਗੇ ਫਿਰ ਹਾਂਜੀ ਤੁਰਕੀ ਚੱਲਾਂਗੇ ਅਗਲੇ, ਤੁਰਕੀ ਪਹੁੰਚ ਗਿਆ ਤੇ ਅੱਗੇ ਇਨਸ਼ਾਅੱਲਾ ਤੁਰਕੀ ਤੋਂ ਸ਼ੁਰੂ ਕਰਾਂਗੇ ਅਗਲੇ ਤੁਰਕੀ ਤੋਂ ਬਲੌਗ ਕਰਾਂਗੇ ਅਗਲੇ ਬੁੱਧ ਨੂੰ ਇਨਸ਼ਾਅੱਲਾ। ਨਾਜ਼ਰੀਨ, ਇਹ ਵਾਕਿਆਤ ਸੁਣਨ ਦਾ ਮਕਸਦ ਤੇ ਮੈਂ ਸ਼ੁਰੂ 'ਚ ਬਿਆਨ ਕਰਤਾ ਸੀ, ਦੱਸਤਾ ਸੀ ਤੁਹਾਨੂੰ ਕਿ ਇਸ ਤੋਂ ਸਾਡੇ ਦੋਸਤਾਂ ਨੂੰ ਤਵੱਜੋ ਦਿਲਾਣਾ ਕਿ ਜਿਹੜੇ ਲੋਕ ਇਹ ਰਸਤਾ ਇਖਤਿਆਰ ਕਰਦੇ ਨੇ ਨਾ ਕਰਨ। اللہ تعالیٰ بچائے، ہر ایک ਨੂੰ ਆਪਣੀ ਹਿਫਾਜ਼ਤ 'ਚ ਰੱਖੇ। ਤੇ ਇਨਸ਼ਾਅੱਲਾ ਫਿਰ ਬਿਲਾਲ ਸਾਹਿਬ ਨੂੰ ਲਿਆਵਾਂਗੇ ਅਸੀਂ ਅਗਲੇ ਬੁੱਧ ਨੂੰ ਤੁਹਾਡੇ ਸਾਹਮਣੇ, ਤੇ ਤੁਹਾਡੀ ਅਦਾਲਤ 'ਚ ਇਹਨਾਂ ਤੋਂ ਸੁਣਾਂਗੇ ਅਗਲੀ ਸਟੋਰੀ ਕਿ ਅੱਗੋਂ ਫਿਰ ਇਹਨਾਂ ਨੇ ਕਿਸ ਤਰ੍ਹਾਂ ਸਫਰ ਕੀਤਾ। ਠੀਕ ਹੈ ਜੀ, ਬੜੀ ਮਿਹਰਬਾਨੀ ਤੁਹਾਡੀ, ਫਿਰ ਨਾ ਟਾਈਮ ਦਿੱਤਾ। ਅਸਲਾਮ علیکم ورحمۃ اللہ وبرکاتہ۔